मैं नहीं मानता, मैं अपनी बात कर रहा हूँ। मुझे नहीं पता कौन कैसे मानता है। सिख हमारे भाई हैं, बहुत ऐसे ही मानते हैं कि सिख धर्म है। मैं ऐसे नहीं मानता। मैं नहीं मानता कि गुरु नानक ने कोई धर्म चलाया था। प्रचर एह जग मों करा, गुरु अंगद साहब ने भी उही धर्म चलाया। ਉਹਨੂੰ ਆਉਂਦੀ ਤੇ ਪੰਜਾਬੀ ਵੀ ਨਹੀਂ, ਆਪਣੀ ਮਦਰ ਟੰਗ ਜੋ ਲਿਖ ਕੇ ਦਿੰਦੀਆਂ ਜਾਂਸੀਆਂ ਬੋਲਣ ਲੱਗ ਪੈਂਦਾ ਹੈ। ਤਾਂ ਮੈਂ ਬੇਨਤੀ ਕਰ ਦਵਾਂ, ਜੇ ਫਾਰਸੀ ਮਾੜੀ ਮੋਟ ਵੀ ਆਉਂਦੀ ਹੈ ਜਾਂ ਕਿਸੇ ਤੋਂ ਪੜ੍ਹ ਲਵੇ। ਬਾਪੂ ਕਲਗੀਧਰ ਸਾਫ਼ ਲਿਖਦੇ ਨੇ, ਭਾਈ ਨੰਦ ਲਾਲ ਨੇ ਜ਼ਿਕਰ ਕੀਤਾ ਜੋਤ ਵਿਗਾਸ ਵਿੱਚ, ਗੁਰੂ ਨਾਨਕ ਆਮਦ ਨਾਰਾਇਣ ਸਰੂਪ, ਹਮਾਨਾ ਨਿਰੰਜਨ ਨਿਰੰਕਾਰ ਰੂਪ, ਹਾਮੂ ਗੁਰੂ ਗੋਬਿੰਦ ਸਿੰਘ, ਹਾਮੂ ਨਾਨਕ ਅਸਤ, ਹਮਾ ਸ਼ਬਦੇ ਜ਼ਹਰੂ ਮਾਨਕਸਤ। ਮੈਂ ਹੀ ਗੁਰੂ ਨਾਨਕ ਹਾਂ, ਮੈਂ ਹੀ ਗੁਰੂ ਗੋਬਿੰਦ ਹਾਂ, ਮੈਂ ਹੀ ਵੱਖਰੇ ਧਰਮ ਦਾ ਆਗਾਜ਼ ਕੀਤਾ ਹੈ। ਭਾਈ ਜੀ ਅਸੀਂ ਹਿੰਦੂ ਨਹੀਂ, ਅਸੀਂ ਮੁਸਲਮਾਨ ਨਹੀਂ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਅੱਜ ਜਿਹੜੀ ਸਿੱਖੀ ਸਾਨੂੰ ਨਜ਼ਰ ਆ ਰਹੀ ਹੈ, ਇਹ ਸਿੱਖੀ ਗੁਰੂ ਗ੍ਰੰਥ ਸਾਹਿਬ ਚੋਂ ਨਿਕਲੀ ਹੋਈ ਨਹੀਂ। ਇਹ ਸਿੱਖੀ ਸੂਰਜ ਪ੍ਰਕਾਸ਼ ਵਰਗੇ, ਗੁਰਪ੍ਰਤਾਪ ਸੂਰਜ ਗ੍ਰੰਥਾਂ ਵਰਗੇ ਗ੍ਰੰਥਾਂ ਵਿੱਚੋਂ ਨਿਕਲ ਕੇ ਆਈ ਹੋਈ ਸਿੱਖੀ ਹੈ। ਇਸੇ ਕਰਕੇ ਇਹ ਇਸੇ ਤਰ੍ਹਾਂ ਦੀ ਹੈ, ਇਸੇ ਕਰਕੇ ਇਹ ਬਾਕੀ ਦੇ ਧਰਮਾਂ ਨਾਲ ਮਿਲਦਾ ਜੁਲਦਾ ਢਾਂਚੇ ਵਰਗਾ ਹੀ ਇੱਕ ਢਾਂਚਾ ਹੈ। ਇਸੇ ਕਰਕੇ ਜੋ ਬਾਕੀ ਦੇ ਧਰਮਾਂ ਤੇ ਸਵਾਲ ਤਰਕ ਵਾਲੇ ਕਮਿਊਨਿਸਟ ਕਾਮਰੇਡ ਮਾਈਂਡਡ ਕਰਦੇ ਨੇ, ਉਹ ਸਾਡੇ ਧਰਮ ਤੇ ਵੀ, ਸਾਡੇ ਸਿੱਖ ਮਜ਼ਹਬ ਦੇ ਉੱਤੇ ਵੀ, ਜਾਂ ਇਹ ਕਹਿ ਲਵਾਂ ਸਿੱਖ ਸੋਚ ਦੇ ਉੱਤੇ, ਗੁਰੂ ਨਾਨਕ ਦੀ ਵਿਚਾਰਧਾਰਾ ਉੱਤੇ ਵੀ ਉਹ ਸਾਰੇ ਸਵਾਲ ਤਾਂ ਕਰਦੇ ਨੇ ਕਿਉਂਕਿ ਜੜ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਹਨ, ਜੜ ਵਿੱਚ ਸੂਰਜ ਪ੍ਰਕਾਸ਼ ਵਰਗੇ ਗ੍ਰੰਥ ਹਨ। ਹੁਣ ਬਾਬਿਆਂ ਵਿੱਚ ਰਹੇ, ਬਾਬਿਆਂ ਵਿੱਚ ਹੀ ਕਹਿ ਲਓ ਤੁਸੀਂ ਪੜ੍ਹਿਆ, ਮੈਂ ਬਾਬਿਆਂ ਦੇ ਵਿੱਚ ਹੀ ਮੈਂ ਪ੍ਰਚਾਰ ਸ਼ੁਰੂ ਕੀਤਾ ਹੈ। ਲੰਮਾ ਟਾਈਮ ਅਮਰ ਸੰਚਾਰ ਕਰਵਾਏ ਤੇ ਬਾਬਿਆਂ 'ਚ ਰਹਿ ਕੇ ਪ੍ਰਚਾਰ ਕੀਤਾ। ਇੱਕ ਦਿਨ ਸਮਝ ਆਈ ਵੀ ਇਹ ਠੀਕ ਨਹੀਂ। ਬੜੇ ਆਰਟੀਕਲ ਪੜ੍ਹਨੇ, ਖਾਲਸਾ ਨਿਊਜ਼ ਚੱਲਦੀ ਹੈ ਉਦੋਂ, ਉਸ ਵੇਲੇ ਬੜੀ ਮਸ਼ਹੂਰ ਸੀ। ਇਹੋ ਜਿਹੀ ਵੈਬਸਾਈਟ ਘੱਟ ਹੁੰਦੀ ਸੀ। ਉਹ ਵੈਬਸਾਈਟ ਨੂੰ ਵੇਖਣਾ ਵੀ ਖਾਲਸਾ ਨਿਊਜ਼ ਵਾਲੇ ਕੀ ਲਿਖਦੇ ਨੇ। ਉੱਥੇ ਬਖਸ਼ੀਸ਼ ਸਿੰਘ ਵਰਗੇ, ਪ੍ਰੋਫੈਸਰ ਦਰਸ਼ਨ ਸਿੰਘ ਦਾ ਇਹ ਗਰੁੱਪ ਸੀ। ਇਹਨਾਂ ਨੇ ਬੜੀਆਂ ਤੱਤ ਗੁਰਮਤਿ ਦੀਆਂ ਗੱਲਾਂ ਲਿਖਣੀਆਂ, ਪੜ੍ਹਨੀਆਂ। ਭਾਈ ਪੰਥਪ੍ਰੀਤ ਸਿੰਘ ਵਰਗਿਆਂ ਨੂੰ ਸੁਣਿਆ, ਸਰਬਜੀਤ ਸਿੰਘ ਧੁੰਦੇ ਵਰਗਿਆਂ ਦੇ ਵਿਚਾਰ ਕਦੇ ਕਦੇ ਸੁਣ ਲੈਣੇ, ਜਾਂ ਕੋਈ ਹੋਰ ਆਰਟੀਕਲ ਆਲੇ ਦੁਆਲੇ ਆਉਣੇ ਤੇ ਬੜੇ ਪੜ੍ਹਨੇ। ਇਹ ਮੈਂ 12 ਦੀ ਗੱਲ ਕਰਦਾ। 12 ਦੇ ਨੇੜੇ ਤੇੜੇ ਜਾ ਕੇ 2012, 13, 14 ਦੇ ਵਿੱਚ ਜਾਂਦਿਆਂ ਜਾਂਦਿਆਂ ਮੇਰੀ ਸੋਚ ਵਿੱਚ ਬਹੁਤ ਬਦਲਾਵ ਆ ਗਿਆ ਸੀ। 2015, 2016 ਤੱਕ ਜਾਂਦਿਆਂ ਜਾਂਦਿਆਂ ਤਾਂ ਮੈਂ ਟੋਟਲੀ ਚੇਂਜ ਹੋ ਗਿਆ ਸੀ। ਮੈਨੂੰ ਇਹ ਲੱਗਦਾ ਸੀ ਕਿ ਮਿਸ਼ਨਰੀ ਜਿਹੜੇ ਨੇ ਇਦੋਂ ਵਧੀਆ ਕੁਛ ਨਹੀਂ ਹੋ ਸਕਦਾ। ਖਾਲਸਾ ਨਿਊਜ਼ ਦੇ ਆਰਟੀਕਲ, ਪ੍ਰਭਦੀਪ ਸਿੰਘ ਵਰਗੇ ਬੰਦੇ, ਮੈਨੂੰ ਇਹ ਲੱਗਦਾ ਸੀ ਕਿ ਬੜੇ ਵੱਡੇ ਫਿਲਾਸਫਰ ਨੇ, ਬੜੇ ਸਿਆਣੇ ਨੇ, ਬੜੇ ਸੂਝਵਾਨ ਨੇ। ਇਹਨਾਂ ਬੰਦਿਆਂ ਨੂੰ ਸੁਣਨਾ, ਇਹਨਾਂ ਦੇ ਸੈਮੀਨਾਰ ਵੇਖਣੇ ਤੇ ਇਹ ਲੱਗਣਾ ਵੀ ਕਮਾਲ ਕਰਦੇ ਨੇ। ਹੁਣ ਮੇਰਾ ਇੱਕ ਸੁਭਾਅ ਰਿਹਾ ਸ਼ੁਰੂ ਤੋਂ, ਕਿਸੇ ਵੀ ਸਾਡੀ ਮਰਿਆਦਾ ਨੂੰ, ਸਾਡੇ ਧੜੇ ਬੜੇ ਨੇ, ਮੈਂ ਦਮਦਮੀ ਟਕਸਾਲ ਨੂੰ ਫੋਲੋ ਕੀਤਾ ਤੇ ਚੰਗੀ ਤਰ੍ਹਾਂ ਕੀਤਾ, ਬਾਬਿਆਂ ਨੂੰ ਫੋਲੋ ਕੀਤਾ, ਚੰਗੀ ਤਰ੍ਹਾਂ ਕੀਤਾ, ਅਖੰਡ ਕੀਰਤਨੀ ਜਥੇ ਵਾਂਗੂ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ ਤਾਂ ਵੀ ਚੰਗੀ ਤਰ੍ਹਾਂ ਕੀਤਾ। ਉਹਨਾਂ ਦੀਆਂ ਕਿੰਨੇ ਕਿੰਨੇ ਘੰਟੇ ਬੈਠ ਕੇ ਫਿਰ ਕੀਤਾ ਵੀ ਇੱਦਾਂ ਢਿੱਲਾ ਜਿਹਾ ਨਹੀਂ ਕਰਨਾ, ਜਿਹੜਾ ਕੰਮ ਕਰਨਾ ਪੂਰਾ ਜ਼ੋਰ ਲਾ ਦੇਣਾ ਤੇ ਸਿਰਾ ਵੇਖਣਾ। ਜਿਵੇਂ ਕੁੜੀਆਂ ਪੀਂਘ ਝੂਟਦੀਆਂ ਨੇ ਨਾ, ਤੇ ਜਿੰਨਾ ਚਿਰ ਪੱਤਿਆਂ ਨੂੰ ਪੈਰ ਨਹੀਂ ਲੱਗਦਾ ਉਹਨਾਂ ਚਿਰ ਪਿੱਛੇ ਨਹੀਂ ਹਟਦੀਆਂ। ਤੇ ਮੇਰਾ ਇਹ ਸੁਭਾਅ ਰਿਹਾ ਕਿ ਜਿਸ ਸੰਪਰਦਾ ਨੂੰ ਵੇਖਣਾ, ਸਮਝਣਾ, ਮੰਨਣਾ, ਸਿਰੇ ਤੱਕ ਜਾਣਾ, ਵਿੱਚ ਜਾਣਾ, ਬਰੀਕੀ ਨਾਲ ਵੇਖਣਾ, ਐਂਡ ਤੱਕ ਜਾਣਾ। ਸਿਮਰਨ ਕਰਨ ਲੱਗੇ ਤੇ ਕੱਲੀ ਕੱਲੀ ਚੀਜ਼ ਵੀ ਕੁੰਡਲੀਨੀ ਜਾਗਰਣ ਹੁੰਦਾ ਕਿਵੇਂ ਹੈ, ਕਿਵੇਂ ਬੰਦਾ ਲੋਟਪੋਟ ਹੋ ਜਾਂਦਾ, ਸਭ ਵੇਖਿਆ। ਸਪੈਸ਼ਲ ਛੱਪਰੀਆਂ ਬਣਾ ਕੇ, ਉਹਨਾਂ ਦੇ ਕੁਟੀਆਂ ਬਣਾ ਕੇ ਉਹਦੇ ਵਿੱਚ ਬਹਿ ਬਹਿ ਕੇ ਕਈ ਘੰਟੇ ਨਾਲੇ ਸਿਮਰਨ ਕਰਨਾ, ਨਾਲੇ ਕਰਾਉਣਾ। ਉਹਦੀਆਂ ਵੀ ਜੜ੍ਹਾਂ ਤੱਕ ਗਿਆ ਮੈਂ ਵੀ ਖੰਡ ਕੀਰਤਨੀਏ ਕੀ ਕਰਦੇ, ਟਕਸਾਲੀ ਕੀ ਕਰਦੇ ਨੇ। ਨਾਨਕ ਸਰੀਆਂ ਦੀ ਮਰਿਆਦਾ ਅਸੀਂ ਇੱਥੇ ਬੜੇ ਸਾਲ ਫੋਲੋ ਕੀਤੀ,
12 12:30 ਵਜੇ ਉੱਠ ਕੇ ਨਹਾਉਣ ਵਾਲੀ ਮਰਿਆਦਾ ਵੀ ਬਾਬਿਆਂ ਵਾਲੀ ਵੀ ਫੋਲੋ ਕੀਤੀ। ਸਾਰਾ ਕੁਝ ਕਰਕੇ ਦੇਖਿਆ। ਮਿਸ਼ਨਰੀ ਵਿਚਾਰਧਾਰਾ ਵਿੱਚ ਜਦੋਂ ਮੈਂ ਆਇਆ, ਇਹਨਾਂ ਨੂੰ ਵੀ ਮੈਂ ਸੁਣਿਆ, ਸਮਝਿਆ, ਇਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਸਟੇਜ ਤੇ ਸੁਣਾਈਆਂ ਵੀ ਬੜੀਆਂ, ਮੈਨੂੰ ਬੜੀਆਂ ਸੋਹਣੀਆਂ ਲੱਗਣੀਆਂ। ਇਹ ਲੱਗਣਾ ਵੀ ਇਦੋਂ ਉੱਪਰ ਕੁਛ ਨਹੀਂ ਹੋ ਸਕਦਾ, ਇਹੀ ਗੁਰਮਤਿ ਹੈ, ਮੈਨੂੰ ਇਦਾਂ ਲੱਗਦਾ ਸੀ। ਪਰ ਜਦੋਂ ਨਾ ਮੈਂ ਇਹ ਗੱਲਾਂ ਨੂੰ ਸਮਝਦਾ ਰਿਹਾ, ਇਹਨਾਂ ਨੇ ਆਖਣਾ ਨਾਮ ਜਪੋ ਦਾ ਅਰਥ ਹੈ ਭਾਈ ਭਾਵ ਅਰਥ ਲੈਣਾ ਹੈ। ਨਾਮ ਜਪੋ ਦਾ ਮਤਲਬ ਵਾਹਿਗੁਰੂ ਵਾਹਿਗੁਰੂ ਨਹੀਂ। ਇਹ ਮਸ਼ੀਨਰੀਆਂ ਦੀ ਵਿਚਾਰਧਾਰਾ, ਪ੍ਰਭਦੀਪ ਵਰਗੇ ਜਿਹੜੇ ਸੀ, ਇਹ ਖਾਲਸਾ ਨਿਊਜ਼ ਵਾਲੇ, ਇਹਨਾਂ ਨੂੰ ਕਹਿਣਾ ਗੁਣ ਨੇ, ਇਹ ਗੁਣ ਧਾਰਨ ਕਰਨੇ ਨੇ। ਸਿਮਰਨ ਤੋਤਾ ਰਟਣ ਵਾਲਾ ਕੰਮ ਨਹੀਂ ਕਰਨਾ, ਇਹਦਾ ਭਾਵ ਅਰਥ ਲੈਣਾ। ਜਿੱਥੇ ਗੁਰਬਾਣੀ ਵਿੱਚ ਤੀਰਥ ਆਉਣਾ ਹੈ ਨਾ, ਉੱਥੇ ਭਾਵ ਅਰਥ ਲੈਣਾ। ਗੁਰ ਗਿਆਨ ਸਾਚਾ ਥਾਨ ਤੀਰਥ, ਇਹਨੂੰ ਭਾਵ ਅਰਥਾਂ ਵਿੱਚ ਲੈਣਾ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਇਹ ਭਾਵ ਅਰਥਾਂ ਵਿੱਚ ਲੈਣਾ। ਮੈਂ ਸੋਚਦਾ ਰਿਹਾ, ਅੱਛਾ ਆ ਵੀ ਭਾਵ ਅਰਥ 'ਚ ਲੈਣਾ, ਮਤਲਬ ਸ਼ਬਦਾਰਥ ਹੋਰ ਹੁੰਦੇ ਆ, ਭਾਵ ਅਰਥ ਹੋਰ ਹੁੰਦੇ ਆ। ਮਿਸ਼ਨਰੀਆਂ ਤੋਂ ਹੀ ਸੁਣਿਆ, ਇਹਨਾਂ ਤੋਂ ਹੀ ਸੁਣਿਆ। ਸੁਣਦਿਆਂ ਮੈਂ ਖੁਦ ਜਦੋਂ ਗੁਰਬਾਣੀ ਨੂੰ ਸਹੀ ਐਂਗਲ ਤੋਂ ਸਮਝਿਆ ਤੇ ਕਈ ਚੀਜ਼ਾਂ ਮੇਰੀ ਵੀ ਕੁੰਡੀਆਂ ਖੁੱਲ ਗਈਆਂ, ਕਿਉਂਕਿ ਦਿਮਾਗ ਕੰਮ ਕਰਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਹਰ ਟੌਪਿਕ ਦੇ ਉੱਤੇ ਡੂੰਘਾਈ ਤੱਕ ਜਾਣਾ, ਜੜ੍ਹਾਂ ਤੱਕ ਜਾਣਾ, ਵੇਖਣਾ ਵੀ ਇਹ ਵਿਚਾਰਧਾਰਾ ਖੜੀ ਕਿੱਥੇ, ਭਾਵੇਂ ਉਹ ਟਕਸਾਲੀ, ਭਾਵੇਂ ਬਾਬੇ ਤੇ ਭਾਵੇਂ ਅਖੰਡ ਕੀਰਤਨੀ ਹੈ। ਤੇ ਮਿਸ਼ਨਰੀ ਵਿਚਾਰਧਾਰਾ ਵੇਲੇ ਨਾ ਮੈਂ ਡੂੰਘਾਈ ਤੱਕ ਜਾ ਕੇ ਵੇਖਿਆ ਭਾਵ ਅਰਥ। ਤੇ ਇਹਨਾਂ ਦੀ ਵਿਚਾਰਧਾਰਾ ਨੂੰ ਸਮਝਦਿਆਂ ਸ਼ਬੀਲ ਵੀ ਲੱਗੀ। ਮੈਂ ਸਟੈਂਡ ਰੱਖਿਆ, ਜ਼ੋਰ ਲਾ ਲਿਆ, ਟਕਸਾਲ ਵਾਲਿਆ ਆਪਣੇ ਪੈਰਾਂ 'ਚ ਨਹੀਂ ਬਾ ਸਕੇ, ਮੈਂ ਸਟੈਂਡ ਰੱਖਿਆ। ਤੇ ਜਦੋਂ ਸ਼ਬੀਲ ਲੱਗਦੀ ਹੈ ਤੇ ਲੱਖਾਂ ਲੋਕ ਜੁੜ ਗਏ, ਸੁਣਨ ਲੱਗ ਗਏ ਵੀ ਢੱਡਰੀਆਂ ਵਾਲਾ ਕੀ ਗੱਲ ਕਰਦਾ, ਆਪਾਂ ਸੁਣੀਏ, ਕਿਉਂ ਇਹਦੇ ਤੇ ਸ਼ਬੀਲ ਲੱਗੀ। ਬੜਾ ਚੰਗਾ ਅਸਰ ਉਹਦਾ ਹੋਇਆ। ਹੁਣ ਇਹਨਾਂ ਦੀਆਂ ਗੱਲਾਂ ਪੜ੍ਹਦਿਆਂ 18 ਆਇਆ, 19 ਆਇਆ, ਭਾਵ ਅਰਥ। ਮੈਂ ਇੱਕ ਦਿਨ ਬੈਠਾ ਸੋਚਦਾ ਸੀ, ਭਾਵ ਅਰਥ ਇਹ ਕਹਿੰਦੇ ਐ, ਇਹਦਾ ਵੀ ਭਾਵ ਅਰਥ ਲੈਣਾ ਹੈ, ਗੁਰਬਾਣੀ 'ਚ ਵਰਤਿਆ, ਇਹਦਾ ਵੀ ਭਾਵ ਅਰਥ ਲੈਣਾ ਹੈ, ਸੰਤ ਵੀ ਭਾਵ ਅਰਥ ਲੈਣਾ ਹੈ, ਸਾਧ ਵੀ ਭਾਵ ਅਰਥ ਲੈਣਾ ਹੈ, ਬਾਬਾ ਵੀ ਭਾਵ ਅਰਥ ਲੈਣਾ ਹੈ। ਤੇ ਫਿਰ ਮੈਂ ਸੋਚਿਆ ਵੀ ਜਦੋਂ ਗੁਰਬਾਣੀ ਦੇ ਵਿੱਚ ਰੱਬ ਆਉਂਦਾ ਹੈ, ਪਰਮਾਤਮਾ ਆਉਂਦਾ ਹੈ, ਉਹ ਭਾਵ ਅਰਥ ਵਿੱਚ ਕਿਉਂ ਨਹੀਂ ਲੈਣਾ। ਜਦੋਂ ਉਹਨੂੰ ਭਾਵ ਅਰਥ ਵਿੱਚ ਲੈ ਕੇ ਵੇਖਿਆ ਤਾਂ ਮੈਂ ਹੈਰਾਨ ਹੋ ਗਿਆ। ਇਹਨਾਂ ਨੇ ਬਾਕੀਆਂ ਦੇ ਤੇ ਭਾਵ ਅਰਥ ਬਣਾ ਲਏ ਹੈ, ਪਰ ਪਰਮਾਤਮਾ, ਅਕਾਲ ਪੁਰਖ, ਰੱਬ ਉਹੀ ਮੰਨਿਆ ਜੋ ਕਿ ਬਾਕੀ ਦੇ ਮੰਨਦੇ ਹੈ ਵੀ ਕਿਤੇ ਬੈਠਾ ਆ, ਉਹ ਸਾਰਾ ਕੁਝ ਕਰ ਰਿਹਾ ਹੈ ਜਾਂ ਘੱਟ ਵਿੱਚ ਵਿਆਪਕ ਹੈ। ਇੱਦਾਂ ਦੀ ਸਟੇਟਮੈਂਟਾਂ ਇਹਨਾਂ ਦੀਆਂ ਮਿਲਗੋਬੀਆਂ ਜਿਹੀਆਂ ਸਮਝੀਆਂ ਕਲੀਅਰ ਨਹੀਂ ਸੀ ਹੁੰਦੀਆਂ। ਤਾਂ ਮੈਂ ਉਹਨੂੰ ਚੰਗੀ ਤਰ੍ਹਾਂ ਕਲੀਅਰ ਕਰਤਾ ਉਸ ਗੱਲ ਨੂੰ। ਹੁਣ ਪੰਗਾ ਇਹ ਪਿਆ ਕਿ ਜਿਸ ਵੇਲੇ ਆਪਾਂ ਪ੍ਰਚਾਰ ਸ਼ੁਰੂ ਕੀਤਾ, ਬਦਲਿਆ, ਚੰਗਾ ਹਜੂਮ ਇੱਧਰ ਨੂੰ ਤੁਰਿਆ, ਤੇ ਜਦੋਂ ਲੋਕ ਇੱਧਰ ਨੂੰ ਜ਼ਿਆਦਾ ਜੁੜੇ ਆ ਤਾਂ ਵਿਰੋਧ ਹੋਣਾ ਵੀ ਕੁਦਰਤੀ ਸੁਭਾਵ ਹੈ, ਵੀ ਵਿਰੋਧ ਵੀ ਜ਼ਿਆਦਾ ਹੋਣ ਲੱਗ ਗਿਆ। ਹੁਣ ਸਭ ਤੋਂ ਪਹਿਲਾਂ ਵਿਰੋਧ ਇਹਨਾਂ ਦਾ ਹੁੰਦਾ ਸੀ, ਪਰ ਉਲਟਾ ਇਹ ਹੋਇਆ ਕਿ ਵਿਰੋਧ ਮੇਰਾ ਜ਼ਿਆਦਾ ਹੋਣ ਲੱਗ ਗਿਆ, ਕਿਉਂਕਿ ਮੈਂ ਇਸ ਲਾਈਨ ਵਿੱਚ ਆ ਗਿਆ, ਆਪਣੀ ਸੋਚ ਨੂੰ ਬਦਲਿਆ, ਸਟੈਂਡ ਵੀ ਰੱਖਿਆ, ਸਾਰਿਆਂ ਨੇ ਵੇਖ ਲਿਆ। ਉੱਥੇ ਪੰਗਾ ਇਹ ਪੈ ਗਿਆ ਵੀ ਇਹ ਬੰਦੇ ਜਿਹੜੇ ਨੇ ਜੈਲਸ ਦੇ ਸ਼ਿਕਾਰ ਹੋ ਗਏ, ਸਾੜੇ ਦੇ ਸ਼ਿਕਾਰ ਹੋ ਗਏ। ਸਾੜੇ ਦੇ ਸ਼ਿਕਾਰ ਹੋਣ ਕਰਕੇ ਧਿਆਨ ਨਾਲ ਸਮਝਿਓ ਗੱਲ, ਜਿਹੜੇ ਟਕਸਾਲ ਵਾਲੇ ਬਾਬੇ, ਦੂਜੇ ਤੀਜੇ, ਉਹਨਾਂ ਨੇ ਮੇਰੇ ਤੇ ਫਿਜ਼ੀਕਲੀ ਅਟੈਕ ਕਰਨ ਦੀ ਟਰਾਈ ਕੀਤੀ। ਫਿਰ ਉਹਨਾਂ ਨੇ ਆਪਣੇ ਵੱਲੋਂ ਬਦਨਾਮ ਕਰਨ ਦੀ ਟਰਾਈ ਕੀਤੀ। ਤੇ ਜਿਹੜੇ ਮਿਸ਼ਨਰੀ ਵਿਚਾਰਧਾਰਾ ਵਾਲੇ ਸੀ, ਇਹ ਹਰ ਗੱਲ ਵਿੱਚ ਕਹਿੰਦੇ ਸੀ, ਜੇ ਮੈਂ ਕੋਈ ਸਟੇਟਮੈਂਟ ਦਿੰਦਾ ਸੀ ਤੇ ਇਹ ਪ੍ਰਭਦੀਪ ਸਿੰਘ ਵਰਗੇ ਖਾਲਸਾ ਨਿਊਜ਼ ਵਾਲੇ, ਇਹ ਤਾਂ ਅਸੀਂ 10 ਸਾਲ ਪਹਿਲਾਂ ਅਸੀਂ ਕਹੀ ਹੋਈ ਹੈ, ਇਹ ਤੇ 20 ਸਾਲ ਪਹਿਲਾਂ ਪ੍ਰੋਫੈਸਰ ਸਾਹਿਬ ਨੇ ਕਹਿ ਦਿੱਤੀ ਸੀ, ਇਹ ਹਮੇਸ਼ਾ ਇਹੀ ਕਹਿੰਦੇ ਸੀ। ਪਰ ਲੋਕਾਂ ਨੇ ਇਹਨਾਂ ਦੀਆਂ ਗੱਲਾਂ ਬਹੁਤੀਆਂ ਸੁਣੀਆਂ ਨਹੀਂ, ਪਿਟਣ ਲੱਗ ਪਏ, ਹੌਲੀ ਪਿਟਣ ਲੱਗ ਗਏ, ਪਿਕਚਰ ਚੋਂ ਬਾਹਰ ਹੋ ਗਏ। ਤਾਂ ਫਿਰ ਇਹਨਾਂ ਨੇ ਇੱਕ ਨਵਾਂ ਪੈਂਤੜਾ ਵਰਤਿਆ, ਜਿਹੜੀ ਗੱਲ ਢੱਡਰੀਆਂ ਵਾਲਾ ਕਰੇਗਾ ਅਸੀਂ ਉਹਦੇ ਉਲਟ ਗੱਲ ਕਰਨੀ ਹੈ, ਭਾਵੇਂ ਉਹ ਗੁਰਮਤ ਤੋਂ ਉਲਟੀ ਜਾਂਦੀ ਹੋਵੇ, ਉਹਦੇ ਵਿੱਚ ਫਿਰ ਇਹ ਖਾਲਸਾ ਨਿਊਜ਼ ਬਖਸ਼ੀਸ਼ ਸਿੰਘ, ਇਹ ਮੈਂ ਦੱਸ ਦਿਆਂ ਮਾੜਾ ਜਿਹਾ, ਇੱਕ ਗੱਲ ਹੋਰ ਕਲੀਅਰ ਕਰ ਦਿਆਂ। ਪ੍ਰੋਫੈਸਰ ਦਰਸ਼ਨ ਸਿੰਘ ਦਾ ਗਰੁੱਪ ਹੈ, ਜਿਸ ਦੇ ਵਿੱਚ ਖਾਲਸਾ ਨਿਊਜ਼ ਜੇ ਤੁਸੀਂ ਵੇਖੋਗੇ ਤੇ ਸਿਰਫ ਉਹ ਪ੍ਰੋਫੈਸਰ ਦਰਸ਼ਨ ਸਿੰਘ ਹੋਣਾ ਨੂੰ ਪ੍ਰਮੋਟ ਕਰਦੇ ਆ। ਇਸੇ ਤਰ੍ਹਾਂ
ਜਿਹੜੇ ਪ੍ਰਭਦੀਪ ਸਿੰਘ ਹੈ ਉਹ ਕੌਣ ਬੰਦਾ, ਕਿਉਂਕਿ ਕਈ ਲੋਕ ਤੇ ਉਹਨੂੰ ਜਾਣਦੇ ਨਹੀਂ ਕੌਣ ਹੈ, ਪਰ ਜਿਹੜੇ ਬੰਦੇ ਥੋੜ੍ਹਾ ਬਹੁਤ ਸੋਸ਼ਲ ਮੀਡੀਆ ਵੇਖਦੇ ਆ ਉਹਨਾਂ ਨੂੰ ਪਤਾ ਹੈ। ਉਹ ਬੰਦਾ ਇੰਗਲੈਂਡ ਵਿੱਚ ਰਹਿੰਦਾ। ਉਹ ਕਹਿੰਦਾ ਜੀ ਟਾਈਗਰ ਜਥਾ ਚਲਾਉਂਦੇ ਆ, 2 4 5 ਜਣੇ, 10 ਵੀ ਹੋਣਗੇ 10 ਬੰਦੇ ਇਕੱਠੇ ਤਾਂ ਕਦੇ ਵੇਖੇ ਨਹੀਂ ਪਰ ਹੋਣਗੇ। ਇਹ ਜੀ ਟਾਈਗਰ ਜਥਾ ਹੈ ਜੀ, ਇਹ ਅਸੀਂ ਇੰਗਲੈਂਡ 'ਚ ਇਹ ਚਲਾਇਆ ਇਹਨਾਂ ਨੇ। ਉਹ ਕੀ ਕਰਦੇ ਨੇ, ਉਹਨਾਂ ਨੇ ਫਿਰ ਹੁਣ ਇਹ ਸੋਚਿਆ ਵੀ ਜੋ ਢੱਡਰੀਆਂ ਵਾਲਾ ਗੱਲ ਕਰੇਗਾ ਅਸੀਂ ਉਹਦੇ ਉਲਟ ਕਰਾਂਗੇ, ਚਾਹੇ ਉਹ ਸਾਡੇ ਹੱਕ 'ਚ ਜਾਵੇ ਚਾਹੇ ਨਾ ਜਾਵੇ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਵੀ ਗੱਲ ਮੈਂ ਕਰਦਾ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ, ਹਰ ਗੱਲ। ਤੇ ਇਹਨਾਂ ਬੰਦਿਆਂ ਨੇ ਸਾਬਤ ਕੀਤਾ, ਪ੍ਰਭਦੀਪ ਸਿੰਘ ਵਰਗਿਆਂ ਨੇ, ਵੀ ਇਹ ਸੁੱਚਾ ਨੰਦ ਦੀਆਂ ਔਲਾਦਾਂ ਨੇ। ਸੁੱਚਾ ਨੰਦ ਨੂੰ ਪਤਾ ਸੀ ਕਿ ਮੈਂ ਕੁਝ ਕਰ ਤੇ ਨਹੀਂ ਸਕਦਾ, ਪਰ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਵਾਉਣ ਵਾਸਤੇ ਮੈਂ ਰੋਲ ਅਦਾ ਕਰ ਸਕਦਾ, ਮੈਂ ਲੂਤੀ ਲਾ ਸਕਦਾ, ਮੈਂ ਇੱਥੇ। ਉਹ ਸੁੱਚਾ ਨੰਦ ਨੇ ਜਿਹੜਾ ਰੋਲ ਨਿਭਾਇਆ ਕੰਨ ਭਰਨ ਦਾ, ਉਹ ਇਹਨਾਂ ਨੇ ਸਾਬਤ ਕੀਤਾ ਹੈ। ਇਹ ਜਿਹੜੇ ਖਾਸ ਕਰਕੇ ਪ੍ਰਭਦੀਪ ਸਿੰਘ ਵਰਗੇ ਤੇ ਖਾਲਸਾ ਨਿਊਜ਼ ਵਾਲੇ ਬਖਸ਼ੀਸ਼ ਵਰਗੇ ਤੇ ਇਹ ਪ੍ਰੋਫੈਸਰ ਦਰਸ਼ਨ ਸਿੰਘ ਦਾ ਗਰੁੱਪ, ਵੀ ਅਸੀਂ ਸਾਰੇ ਉਹ ਬੰਦੇ ਆ ਜਿਹੜੇ ਸੁੱਚਾ ਨੰਦ ਦੀ ਔਲਾਦ ਆ। ਤੁਸੀਂ ਪੁੱਛੋਗੇ ਉਹ ਕਿਵੇਂ? ਇੱਕ ਕਲਿੱਪ ਆਇਆ, ਉਹਦੇ ਵਿੱਚ ਮੈਂ ਬੋਲਿਆ, ਮੈਂ ਹਿੰਦੀ ਵਿੱਚ ਕਲਿੱਪ ਬਣਾਇਆ। ਹੁਣ ਹਿੰਦੀ ਦੇ ਵਿੱਚ ਕਲਿੱਪ ਮੈਂ 2 ਮਹੀਨੇ ਤੋਂ ਬਣਾ ਰਿਹਾ, ਕੁਝ ਪੰਜਾਬੀ 'ਚ ਪਾਈ ਦੇ, ਕੁਝ ਹਿੰਦੀ 'ਚ ਪਾਈ ਦੇ। ਹਰ ਕਲਿੱਪ 'ਚ ਮੈਂ ਬੋਲਦਾ ਵੀ ਮੇਰੀ ਮਾਤ ਭਾਸ਼ਾ ਪੰਜਾਬੀ ਹੈ, ਪਰ ਮੈਂ ਹਿੰਦੀ ਵਿੱਚ ਬੋਲ ਰਿਹਾ ਕਿਉਂਕਿ ਕੁਝ ਸਰੋਤੇ ਹਿੰਦੀ ਸਮਝਣਾ ਚਾਹੁੰਦੇ ਆ। ਸਾਡੇ ਪ੍ਰਚਾਰਕ ਜਦੋਂ ਕਦੇ ਉੱਧਰ ਜਾਂਦੇ ਆ ਬੰਬੇ ਵੱਲ, ਸਿੰਧੀ ਸੰਗਤ ਆ, ਉਹਨਾਂ ਨੂੰ ਹਿੰਦੀ 'ਚ ਬੋਲਣਾ ਪੈਂਦਾ। ਚਾਹੇ ਗਿਆਨੀ ਪਿੰਦਰਪਾਲ ਸਿੰਘ ਵਰਗੇ, ਭਾਈ ਅਮਨਦੀਪ ਸਿੰਘ ਵਰਗੇ, ਕੋਈ ਵੀ ਪ੍ਰਚਾਰਕ ਜਦੋਂ ਉੱਧਰ ਜਾਂਦੇ ਇਹਨਾਂ ਨੂੰ ਹਿੰਦੀ 'ਚ ਬੋਲਣਾ ਪੈਂਦਾ, ਉੱਧਰ ਪੰਜਾਬੀ ਘੱਟ ਸਮਝਦੇ। ਤੇ ਮੈਂ ਵੀ ਕੁਝ ਕਲਿੱਪ ਹਿੰਦੀ ਵਿੱਚ ਬਣਾਏ। ਮੈਂ ਹਿੰਦੀ ਵਿੱਚ ਕਲਿੱਪ ਬਣਾਇਆ ਵੀ ਗੁਰੂ ਨਾਨਕ ਨੇ ਕੋਈ ਧਰਮ ਨਹੀਂ ਚਲਾਇਆ, ਉਹਨਾਂ ਨੇ ਇੱਕ ਧਰਮ ਚਲਾਇਆ, ਉਹ ਇਨਸਾਨੀਅਤ। ਇਹਨਾਂ ਵਿਗੜਿਆਂ ਨੇ ਸੁੱਚਾ ਨੰਦ ਦੀਆਂ ਔਲਾਦਾਂ ਨੇ, ਪਰ ਪ੍ਰਭਦੀਪ ਸਿੰਘ ਨੇ। ਧਿਆਨ ਨਾਲ ਸਮਝਿਓ, ਪੜ੍ਹੇ ਲਿਖਿਓ, ਧਿਆਨ ਨਾਲ ਸਮਝਿਓ। ਕਲਿੱਪ ਨੈਟ ਤੇ ਪਿਆ, ਆਪਾਂ ਚੱਕਿਆ ਨਹੀਂ, ਉੱਥੇ ਹੀ ਪਿਆ, ਸੁਣੋ ਉਹਨੂੰ। ਉਹ ਕਲਿੱਪ ਵਿੱਚ ਮੈਂ ਬੋਲਿਆ ਗੁਰੂ ਨਾਨਕ ਨੇ ਕੋਈ ਧਰਮ ਨਹੀਂ ਚਲਾਇਆ, ਉਹਨਾਂ ਨੇ ਕਿਹਾ ਸੀ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਸਾਰੇ ਧਰਮਾਂ ਵਿੱਚ ਸ੍ਰੇਸ਼ਟ ਧਰਮ ਹੈ ਹਰੀ ਦੇ ਨਿਯਮਾਂ ਨੂੰ ਸਮਝੋ, ਜਾਣੋ ਤੇ ਚੰਗੇ ਕੰਮ ਕਰੋ, ਚੰਗੇ ਇਨਸਾਨ ਬਣੋ। ਇਨਸਾਨੀਅਤ ਧਰਮ ਹੈ, ਇੱਕ ਧਰਮ ਹੈ ਇੱਥੇ, ਇਨਸਾਨੀਅਤ। ਠੀਕ ਹੈ ਜੀ, ਗੱਲ ਕਲੀਅਰ ਗੱਲ ਹੈ। ਉਸ ਕਲਿੱਪ ਦੇ ਵਿੱਚ ਮੋਹਨ ਭਾਗਵਤ ਦਾ RSS ਦੇ ਮੁਖੀ ਦਾ ਇੱਕ ਕਲਿੱਪ ਇਹਨਾਂ ਨੇ ਚੱਕਿਆ, ਮੇਰੇ ਕਲਿੱਪ ਨਾਲ ਜੋੜ ਕੇ। ਮੋਹਨ ਭਾਗਵਤ ਨੇ ਕਿਹਾ ਇੱਥੇ ਇੱਕ ਧਰਮ ਹੈ, ਢੱਡਰੀਆਂ ਵਾਲਾ ਵੀ ਕਹਿੰਦਾ ਇੱਥੇ ਇੱਕ ਧਰਮ ਹੈ। ਇਸ ਕਰਕੇ ਹੁਣ ਕਲੀਅਰ ਹੋ ਗਿਆ ਕਿ ਢੱਡਰੀਆਂ ਵਾਲਾ RSS ਦਾ ਬੰਦਾ ਹੈ, ਇਹ ਕਹਿੰਦੇ। ਮਾੜਾ ਜਿਹਾ ਦਿਮਾਗ ਲੜਾਇਓ। ਮੋਹਨ ਭਾਗਵਤ RSS ਦਾ ਮੁਖੀ ਹੈ, ਕੱਟੜ ਹਿੰਦੂ। ਉਹ ਕਹਿੰਦਾ ਇੱਥੇ ਇੱਕ ਧਰਮ ਹੈ, ਉਹ ਕਹਿੰਦਾ ਹੈ ਇੱਥੇ ਸਨਾਤਨੀ ਧਰਮ ਹੈ, ਪਰ ਢੱਡਰੀਆਂ ਵਾਲਾ ਕਹਿੰਦਾ ਇੱਥੇ ਇੱਕ ਧਰਮ ਹੈ, ਇਨਸਾਨੀਅਤ। ਇਹ ਫਰਕ ਨਹੀਂ। ਉੱਥੇ ਇੱਕ ਮਜ਼ਹਬ ਦੇ ਨਾਲ ਜੋੜਿਆ ਜਾ ਰਿਹਾ ਹੈ। ਇਹ ਸਭ ਤੋਂ ਪੁਰਾਣਾ ਚੱਲਿਆ ਹੋਇਆ ਧਰਮ ਹੈ। ਹਿੰਦੂ ਇਹ ਕਲੇਮ ਕਰਦੇ ਨੇ ਵੀ ਇੱਕੋ ਹੀ ਧਰਮ ਹੈ ਜਿਹੜਾ ਪੁਰਾਣਾ ਚੱਲਿਆ ਆ ਰਿਹਾ। ਇਸਲਾਮ ਵਾਲੇ ਆਪਣਾ ਕਲੇਮ ਕਰਦੇ ਨੇ, ਪਰ ਗੁਰੂ ਨਾਨਕ ਸਾਹਿਬ ਨੇ ਆ ਕੇ ਆਖਿਆ, ਉਹ ਪ੍ਰਭਦੀਪ ਸਿੰਘ ਧਿਆਨ ਨਾਲ ਸੁਣ ਲਈ, ਉਹਨਾਂ ਨੇ ਜਗਨਨਾਥਪੁਰੀ 'ਚ ਜਾ ਕੇ ਆਖਿਆ ਆ ਆਰਤੀਆਂ ਹੱਥਾਂ ਨਾਲ ਕਰਦੇ ਹੋ, ਆਲਰੇਡੀ ਜਿਹੜੀ ਆਰਤੀ ਹੋ ਰਹੀ ਹੈ ਉਹਦੇ ਬਾਰੇ ਜਾਣ ਪਛਾਣ ਕਰਾਈ। ਜੋ ਨੈਚੁਰਲ ਹੈ, ਆਟੋਮੈਟਿਕ ਹੈ, ਕੁਦਰਤੀ ਜਿਹੜੀ ਆਰਤੀ ਹੋ ਰਹੀ ਹੈ। ਮਹਾਰਾਜ ਨੇ ਕਿਹਾ ਨਹੀਂ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਆਹ ਵੇਖੋ ਕਿਹੋ ਜੀ ਆਰਤੀ ਹੋ ਰਹੀ ਹੈ, ਆਪਣੇ ਆਪ ਹੋ ਰਹੀ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਉਹਨਾਂ ਨੇ ਕਿਹਾ ਆਹ ਆਰਤੀ ਹੋ ਰਹੀ ਹੈ। ਉਹਨਾਂ ਨੇ ਆਰਤੀ ਗੁਰੂ ਨਾਨਕ ਨੇ ਕੀਤੀ ਨਹੀਂ, ਹੋ ਰਹੀ ਆਰਤੀ ਬਾਰੇ ਸਾਨੂੰ ਜਾਣੂ ਕਰਵਾਇਆ। ਇਸੇ ਤਰ੍ਹਾਂ ਗੁਰੂ ਨਾਨਕ ਨੇ ਧਰਮ ਬਣਾਇਆ ਨਹੀਂ, ਜੋ ਬਣਿਆ ਹੋਇਆ ਕੁਦਰਤੀ ਧਰਮ ਹੈ ਉਹਦੇ ਤੋਂ ਸਾਨੂੰ ਜਾਣ ਪਛਾਣ ਕਰਵਾਈ।
ਉਹਦੇ ਨਾਲ ਸਾਨੂੰ ਮਿਲਾਇਆ। ਆਹ ਵੇਖੋ ਧਰਮ ਜਿਹੜਾ ਬਣਿਆ ਹੋਇਆ ਕੁਦਰਤ ਦਾ ਵਿਧਾਨ, ਲਾਅ ਆਫ ਨੇਚਰ, ਜਿਹਨੂੰ ਗੁਰੂ ਸਾਹਿਬ ਨੇ ਹੁਕਮ ਕਿਹਾ, ਨਿਯਮ ਕਿਹਾ, ਉਹਦੇ ਅੰਡਰ ਚੱਲੋ। ਕੁਦਰਤੀ ਧਰਮ ਜਿਹੜਾ ਆਲਰੇਡੀ ਬਣਿਆ, ਗੁਰੂ ਨਾਨਕ ਨੇ ਧਰਮ ਬਣਾਇਆ ਨਹੀਂ, ਗੁਰੂ ਨਾਨਕ ਨੇ ਬਣੇ ਹੋਏ ਧਰਮ ਤੋਂ ਜਾਣੂ ਕਰਾਇਆ। ਉਹ ਧਰਮ ਜੋ ਕੁਦਰਤੀ ਹੈ, ਕਿਸੇ ਨੇ ਰਾਮ ਜੀ ਦੇ ਨਾਂ ਤੇ ਧਰਮ ਬਣਾ ਲਿਆ, ਕਿਸੇ ਨੇ ਮੁਹੰਮਦ ਸਾਹਿਬ ਦੇ ਨਾਂ ਤੇ ਧਰਮ ਬਣਾ ਲਿਆ, ਕਿਸੇ ਨੇ ਮਹਾਤਮਾ ਬੁੱਧ ਦੇ ਨਾਂ ਤੇ ਇੱਕ ਧਰਮ ਬਣਾ ਲਿਆ, ਕਿਸੇ ਨੇ ਕਿਸੇ ਪੈਗੰਬਰ ਦੇ ਨਾਂ ਤੇ ਬਣਾ ਲਿਆ, ਕਿਸੇ ਨੇ ਕਿਸੇ ਪੈਗੰਬਰ ਦੇ ਨਾਂ ਤੇ ਬਣਾ ਲਿਆ। ਗੁਰੂ ਨਾਨਕ ਸਾਹਿਬ ਨੇ ਆਖਿਆ, ਉਹ ਭਾਈ ਆ ਪੁਜਾਰੀ ਦਾ ਜੂਲਾ ਲਾ ਸੁੱਟੋ, ਚਾਹੇ ਜਨੇਊਆਂ ਵਾਲੇ ਹੈ ਚਾਹੇ ਸੁਨਤਾਂ ਵਾਲੇ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹਾ ਜਿਹੜਾ ਕੁਦਰਤ ਦਾ ਧਰਮ ਹੈ ਉਹਨੂੰ ਮੰਨਣਾ, ਕੁਦਰਤੀ ਧਰਮ ਹੈ ਜਿਹੜਾ ਉਹਨੂੰ ਮੰਨਣਾ। ਲਾਅ ਆਫ ਨੇਚਰ ਜਿਹੜਾ ਰੱਬੀ ਧਰਮ ਹੈ, ਜਿਹੜਾ ਕੁਦਰਤੀ ਧਰਮ ਹੈ, ਇਹ ਗੁਰੂ ਸਾਹਿਬ ਜੀ ਨੇ ਸਾਨੂੰ ਜਾਣ ਪਛਾਣ ਕਰਵਾਈ। ਜੋ ਆਲਰੇਡੀ ਬਣਿਆ, ਜੋ ਸ਼ੁਰੂ ਤੋਂ ਹੈ, ਜਿਹੜਾ ਸਦਾ ਤੋਂ ਹੈ, ਅੱਜ ਵੀ ਹੈ ਤੇ ਸਦਾ ਰਹੇਗਾ, ਉਹ ਕੁਦਰਤੀ ਧਰਮ ਹੈ। ਸਭ ਤੋਂ ਪਹਿਲਾਂ ਦਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਹਦੇ ਨਾਲ ਜੋੜਿਆ। ਉਹਨਾਂ ਨੇ ਆਰਤੀ ਕੀਤੀ ਨਹੀਂ, ਹੋ ਰਹੀ ਆਰਤੀ ਤੋਂ ਜਾਣੂ ਕਰਾਇਆ। ਉਹਨਾਂ ਨੇ ਧਰਮ ਬਣਾਇਆ ਨਹੀਂ, ਬਣੇ ਹੋਏ ਧਰਮ ਨਾਲ ਸਾਨੂੰ ਜੋੜਿਆ। ਉਹ ਧਰਮ ਜਿਹੜਾ ਕਿ ਕੁਦਰਤੀ ਹੈ, ਨਾ ਕਿ ਸਨਾਤਨ ਹਿੰਦੂ, ਇਹ ਨਹੀਂ। ਪਰ ਮੋਹਨ ਭਾਗਵਤ ਦੀ ਵਿਚਾਰਧਾਰਾ ਹਿੰਦੂ ਕੱਟੜਵਾਦੀ, ਉਹ ਕਹਿੰਦੇ ਨੇ ਇੱਥੇ ਇੱਕ ਧਰਮ ਚਾਹੀਦਾ ਹੈ, ਤੇ ਢੱਡਰੀਆਂ ਵਾਲਾ ਕਹਿੰਦਾ ਇੱਥੇ ਇੱਕ ਧਰਮ ਚਾਹੀਦਾ। ਇਨਸਾਨੀਅਤ। ਪ੍ਰਭਦੀਪ ਸਿਆਂ ਸ਼ਰਮ ਨਾ ਆਈ ਕਲਿੱਪ ਜੋੜਨ ਲੱਗੇ ਨੂੰ? ਪ੍ਰੋਫੈਸਰ ਦਰਸ਼ਨ ਸਿੰਘ ਵਰਗੇ ਬਜ਼ੁਰਗ ਬੰਦੇ, ਉਹਨਾਂ ਦੀ ਆੜ ਲੈ ਕੇ, ਉਹਨਾਂ ਦੇ ਪੈਰਾਂ 'ਚ ਬਹਿ ਕੇ, ਉਹਨਾਂ ਦਾ ਨਾਮ ਵਰਤ ਕੇ ਤੁਸੀਂ ਬੰਦਿਆਂ ਨੇ ਮਾੜਾ ਮੋਟਾ ਆਪਣਾ ਨਾਮ ਬਣਾਇਆ। ਤੁਹਾਨੂੰ ਅੰਨੇ ਹੈ, ਤੁਹਾਨੂੰ ਦਿਸਦਾ ਨਹੀਂ, ਤੁਹਾਨੂੰ ਸਮਝ ਨਹੀਂ ਆਉਂਦੀ, ਤੁਸੀਂ ਕਮਲੇ ਹੈ। ਉਹ ਕਲਿੱਪ ਦੇ ਵਿੱਚ ਗੱਲ ਇਨਸਾਨੀਅਤ ਦੀ ਕੀਤੀ ਗਈ ਹੈ ਤੇ ਮੋਹਨ ਭਾਗਵਤ ਗੱਲ ਹਿੰਦੂ ਧਰਮ ਦੀ ਕਰਦਾ। ਕਦੀ ਤੁਸੀਂ ਕਹਿੰਦੇ ਢੱਡਰੀਆਂ ਵਾਲਾ ਰੂਸ ਵਾਲੀ ਵਿਚਾਰਧਾਰਾ ਲੈ ਕੇ ਆਇਆ, ਹੁਣ ਤੁਸੀਂ ਕਹਿੰਦੇ RSS ਵਾਲੀ ਵਿਚਾਰਧਾਰਾ ਲੈ ਕੇ ਆਇਆ। ਉਹ ਜੇ ਜੈਨੂਅਨ ਹੁੰਦੇ ਪੂਰਾ ਕਲਿੱਪ ਸੁਣਾਉਂਦੇ। ਸੇਮ ਗੱਲ ਪ੍ਰਭਦੀਪ ਸਿਆਂ, ਸਿੱਧਾ ਮੈਂ ਕਹਿ ਦਿਆਂ ਕੁੱਤੇ ਦਾ ਹੱਡਾ, ਜੇ ਬੰਦੇ ਦਾ ਪੁੱਤ ਹੈ ਤੇ ਪ੍ਰੋਫੈਸਰ ਸਰਬਜੀਤ ਸਿੰਘ ਧੁੰਦੇ ਦਾ ਆ ਪਿੱਛੇ ਜੇ ਇੱਕ ਕਲਿੱਪ ਆ ਹੁਣ ਬਾਅਦ ਚ ਪਾਇਆ ਕਿਸੇ ਨੇ, ਮੈਂ ਸੁਣਿਆ ਕੈਨੇਡਾ ਦੇ ਵਿੱਚ ਉਹਨੂੰ ਕਿਸੇ ਬੱਚੀ ਨੇ ਪੁੱਛਿਆ, ਦੱਸੋ ਜੀ ਜਦੋਂ ਪਹਿਲਾਂ ਹੀ ਇੰਨੇ ਧਰਮ ਸੀ, ਗੁਰੂ ਨਾਨਕ ਨੂੰ ਧਰਮ ਚਲਾਉਣ ਦੀ ਕੀ ਲੋੜ ਸੀ? ਤੇ ਸਰਬਜੀਤ ਸਿੰਘ ਨੇ ਕਿਹਾ ਗੁਰੂ ਨਾਨਕ ਨੇ ਇਨਸਾਨੀਅਤ ਧਰਮ ਚਲਾਇਆ, ਉਹਨਾਂ ਨੇ ਪਛਾਣ ਹੀ ਕਰਾਈ, ਚੰਗੇ ਇਨਸਾਨ ਬਣੋ, ਇਹੀ ਸਮਝਾਇਆ। ਇਹੀ ਸੇਮ ਜਵਾਬ ਜਿਹੜਾ ਮੈਂ ਕਲਿੱਪ 'ਚ ਬੋਲਿਆ, ਉਹੀ ਜਵਾਬ ਸਰਬਜੀਤ ਸਿੰਘ ਧੁੰਦੇ ਨੇ ਦਿੱਤਾ। ਹੁਣ ਕਰੇਗਾ ਵਿਰੋਧ? ਗੱਲ ਤੇ ਸੇਮ ਹੈ, ਪਰ ਤੁਸੀਂ ਇੱਕ ਚੀਜ਼ ਮਲਾਈ ਹੈ ਪ੍ਰਭਦੀਪ ਸਿਆਂ, ਇੱਕ ਚੀਜ਼ ਮਲਾਈ ਹੈ। ਤੁਸੀਂ ਕੀ ਪਤਾ? ਮੈਂ ਵੀ ਹਿੰਦੀ ਬੋਲਦਾ, ਮੋਹਨ ਭਾਗਵਤ ਵੀ ਹਿੰਦੀ ਬੋਲਦਾ, ਇੱਥੋਂ ਜੋੜਿਆ ਤੁਸੀਂ ਬਸ। ਸ਼ਰਮ ਨਾ ਆਈ? ਕਿੱਧਰ ਗਈ ਇਨਸਾਨੀਅਤ? ਇਹ ਤਾਂ ਬਾਬੇ ਕਰਦੇ ਐ, ਇਦਾਂ ਟਕਸਾਲੀ ਕਰਦੇ ਐ। ਪ੍ਰੋਫੈਸਰ ਦਰਸ਼ਨ ਸਿੰਘ ਨੂੰ, ਓਏ ਪ੍ਰਭਦੀਪ ਸਿੰਘ, ਪ੍ਰੋਫੈਸਰ ਦਰਸ਼ਨ ਸਿੰਘ ਨੂੰ ਲਾਂਬੇ ਨੇ ਜਦੋਂ ਰੋਲ ਨਿਭਾ ਕੇ ਛਕਵਾਇਆ ਸੀ ਨਾ, ਉਹਨੇ ਗੱਲ ਉਹਦੀ ਤੋੜ ਮਰੋੜ ਕੇ ਪੇਸ਼ ਕੀਤੀ ਸੀ। ਪ੍ਰੋਫੈਸਰ ਦਰਸ਼ਨ ਸਿੰਘ ਦੀ ਗੱਲ ਕੁਝ ਹੋਰ ਸੀ। ਚਰਿਤਰੀਆ ਚਰਿੱਤਰ ਦਾ ਜਿਹੜਾ ਉਹ ਚਰਿੱਤਰ ਦੀ ਗੱਲ ਕੀਤੀ ਗਈ ਸੀ ਨਾ, ਉਹਦੇ ਵਿੱਚ ਉਹਨੇ ਇਹ ਰੋਲ ਨਿਭਾਇਆ ਸੀ ਜਿਹੜਾ ਹੁਣ ਤੂੰ ਨਿਭਾਇਆ, ਜਿਹੜਾ ਤੂੰ ਕਰ ਰਿਹਾ, ਇਹ ਸੇਮ ਲਾਂਬੇ ਨੇ ਕੀਤਾ ਸੀ। ਉਦੋਂ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਸਾੜਾ ਸੀ ਲੋਕਾਂ ਨੂੰ, ਅੱਜ ਤੁਹਾਨੂੰ ਸਾਰਿਆਂ ਨੂੰ ਰਣਜੀਤ ਸਿੰਘ ਨਾਲ ਸਾੜਾ। ਪਰ ਪਾਗਲ ਨਹੀਂ ਦੁਨੀਆ, ਸਾਰਾ ਕਲਿੱਪ ਵੀ ਤੇ ਸੁਣਿਆ ਬੰਦਿਆਂ ਨੇ, ਉਹ ਲੋਕਾਂ ਨੇ ਸਾਰਾ ਕਲਿੱਪ ਵੀ ਤੇ ਸੁਣਿਆ, ਆ ਵੀ ਤੇ ਸੁਣ ਹੀ ਲੈਣਾ। ਮੋਹਨ ਭਾਗਵਤ ਦੀ ਵਿਚਾਰਧਾਰਾ ਹਿੰਦੂ ਕੱਟੜਵਾਦੀ ਯਾਰ, ਅਸੀਂ ਇਨਸਾਨੀਅਤ ਦੀ ਗੱਲ ਕਰਨ ਵਾਲੇ। ਕੋਈ ਕਹਿੰਦਾ ਇਸਲਾਮ ਕੱਟੜਵਾਦੀ ਵਿਚਾਰਧਾਰਾ ਨੂੰ ਢੱਡਰੀਆਂ ਵਾਲਾ ਕਿਵੇਂ ਪਸੰਦ ਕਰਦਾ, ਚਾਹੇ ਉਹ ਸਿੱਖ ਵੀ ਕੱਟੜ ਕਿਉਂ ਨਾ ਹੋਵੇ। ਸਿੱਖ ਜਦੋਂ ਕੱਟੜ ਹੋ ਜਾਂਦਾ ਤੇ ਮੈਂ ਨਹੀਂ ਪਸੰਦ ਕਰਦਾ। ਜਿੱਦਣ ਹਿੰਦੂ ਕੱਟੜ ਹੋ ਜਾਂਦਾ, ਇਸਲਾਮ ਕੱਟੜ ਹੋ ਜਾਂਦਾ, ਸਾਨੂੰ ਨਹੀਂ ਲੋੜ ਇਹੋ ਜਿਹੇ ਧਰਮਾਂ ਦੀ। ਜਦੋਂ ਬੰਦਾ ਕੱਟੜਤਾਈ ਦੇ ਵਿੱਚ ਆ ਜਾਂਦਾ, ਤੇ ਗੁਰੂ ਨਾਨਕ ਨੇ ਤੇ ਗੱਲ ਹੀ ਇਨਸਾਨੀਅਤ ਦੀ ਕੀਤੀ ਹੈ। ਤੂੰ ਖੁਦ ਆਪਣਾ ਪ੍ਰੋਗਰਾਮ ਕਰਕੇ ਸੈਮੀਨਾਰ, ਜਿਹਨੂੰ ਵੈਬੀਨਾਰ ਕਹਿੰਦੇ ਹੋ ਤੁਸੀਂ, ਤੂੰ ਕਿਹਾ ਰਿਸਪੌਂਸਿਬਿਲਟੀ, ਫਰਜ਼ ਵੀ ਧਰਮ ਹੈ। ਤੇ ਗੁਰੂ ਨਾਨਕ ਨੇ ਲੋਕਾਂ ਨੂੰ ਪੁਜਾਰੀ ਦੇ ਜੂਲੇ ਚੋਂ ਕੱਢਣ ਵਾਸਤੇ ਰਿਸਪੌਂਸਿਬਿਲਟੀ ਨਹੀਂ ਲਈ। ਗੁਰੂ ਨਾਨਕ ਨੇ ਫਰਜ਼ ਨਹੀਂ ਨਿਭਾਇਆ। ਗੁਰੂ ਨਾਨਕ ਸੀ ਧਰਮੀ,
ਅਸਲੀ ਧਰਮੀ। ਉਹਨਾਂ ਨੇ ਧਰਮ ਚਲਾਇਆ ਨਹੀਂ ਬੰਦਿਆਂ ਵਾਂਗੂ, ਜਿਵੇਂ ਰਾਮ ਅਖੇ ਜੀ ਰਾਮ ਜੀ ਨੇ ਧਰਮ ਚਲਾਇਆ, ਇੱਕ ਉਹਨੇ ਧਰਮ ਚਲਾਇਆ, ਇੱਕ ਉਹਨੇ ਧਰਮ ਚਲਾਇਆ, ਗੁਰੂ ਨਾਨਕ ਨੇ ਵੀ ਇਦਾਂ ਹੀ ਧਰਮ ਚਲਾਇਆ। ਨਹੀਂ, ਉਹਨਾਂ ਨੇ ਬਣੇ ਹੋਏ ਧਰਮ ਤੋਂ ਜਾਣੂ ਕਰਵਾਇਆ ਸਾਨੂੰ, ਜੋ ਕੁਦਰਤੀ ਬਣਿਆ ਹੋਇਆ। ਪਰ ਤੁਹਾਡੇ ਵਰਗੇ ਲੋਕ ਵਿਰੋਧ ਕਰਨਾ ਹੈ, ਗੱਲ ਭਾਵੇਂ ਠੀਕ ਵੀ ਹੋਵੇ, ਸਭ ਨੂੰ ਕਲੀਅਰ ਹੁੰਦੀ ਹੈ, ਪਰ ਤੁਸੀਂ ਵਿਰੋਧ ਕਰਨਾ ਹੈ। ਤੁਸੀਂ ਹਰ ਗੱਲ ਦਾ ਵਿਰੋਧ ਹੀ ਕਰਨਾ ਹੈ। ਸੜੇ ਹੋਏ ਹੋ, ਤੜਫੇ ਹੋਏ ਹੋ ਤੁਸੀਂ, ਕਿਉਂਕਿ ਤੁਹਾਨੂੰ ਪਤਾ ਤੁਹਾਡੀ ਵਿਚਾਰਧਾਰਾ ਫਿੱਕੀ ਪੈ ਗਈ। ਤੁਸੀਂ ਇੱਕ ਵੱਖਰਾ ਰੱਬ, ਮੈਂ ਕਹਿੰਦਾ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ, ਇੱਕ ਹੀ ਪਸਰ ਗਿਆ ਹੈ। ਇੱਕ ਗੋਬਿੰਦ ਨਹੀਂ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਰਜ ਏਕੋ ਰੁੱਤ ਅਨੇਕ ਨਾਨਕ, ਕਰਤੇ ਕੇ ਕੇਤੇ ਵੇਸ। ਆ ਸਾਰੇ ਵੇਸ ਜਿਹੜੇ ਨੇ ਕਰਤੇ ਦੇ ਹੀ ਹੈ। ਕਰਤਾ ਕ੍ਰੀਏਟਰ ਹੀ ਕ੍ਰੀਏਸ਼ਨ ਬਣ ਗਿਆ, ਕਾਦਰ ਹੀ ਕੁਦਰਤ ਬਣ ਗਿਆ, ਪਰਮਾਤਮਾ ਹੀ ਫੈਲ ਗਿਆ। ਪ੍ਰਭਦੀਪ ਸਿਆ ਅਕਾਲ ਪੁਰਖ ਜਿਹਨੂੰ ਕਹਿੰਦੇ ਹੋ ਨਾ, ਅਕਾਲ। ਆ ਕੱਪੜਾ ਮੈਂ ਪਾਇਆ, ਇਹਦੇ ਤੇ ਕਾਲ ਆਏਗਾ ਕਦੇ? ਆ ਜਿਹੜੀ ਕੁਦਰਤ ਹੈ ਇਹਦੇ ਤੇ ਕਾਲ ਆਏਗਾ? ਧਿਆਨ ਨਾਲ ਮੇਰੀ ਗੱਲ ਦਾ ਜਵਾਬ ਦੇਈ, ਪੂਰੀ ਗੱਲ ਸੁਣ ਲਈ। ਕਾਲ ਆ ਗਿਆ ਮਤਲਬ ਇੱਕ ਬੰਦਾ ਸੜ ਗਿਆ, ਉਹ ਸੜਿਆ ਹੈ, ਉਹ ਖਤਮ ਨਹੀਂ ਹੋਇਆ, ਹੁਣ ਸਵਾਹ ਬਣ ਗਿਆ। ਹਵਾ ਹੀ ਉਹਨੂੰ ਉਡਾ ਕੇ ਲੈ ਗਈ ਹੈ। ਇੱਕ ਪੱਤਾ ਖਤਮ ਹੁੰਦਾ ਹੈ? ਖਤਮ ਨਹੀਂ ਹੁੰਦਾ, ਉਹ ਇੱਥੇ ਹੀ ਰਹਿੰਦਾ ਹੈ। ਰੂਪਾਂਤਰਨ ਹੁੰਦਾ ਹੈ, ਰੂਪ ਬਦਲਦਾ, ਸ਼ੇਪ ਬਦਲਦੀ ਹੈ। ਇੱਕ ਦਿਨ ਆ ਸਾਰੀ ਕੁਦਰਤ ਖਤਮ ਹੋ ਜਾਏਗੀ, ਪਰ ਖਤਮ ਨਹੀਂ ਹੋਏਗੀ, ਕੁਝ ਹੋਰ ਬਣ ਜਾਏਗੀ। ਇਹ ਰੂਪ ਬਦਲ ਜਾਏਗਾ। ਵੇਖਣ ਨੂੰ ਕੀ ਲੱਗਦਾ? ਵੇਖਣ ਨੂੰ ਤੇ ਇਹ ਲੱਗਦਾ ਵੀ ਫੁੱਲ ਟੁੱਟ ਗਿਆ, ਪਰ ਫੁੱਲ ਟੁੱਟ ਕੇ ਕੁਝ ਹੋਰ ਬਣ ਜਾਂਦਾ। ਆ ਪੱਤੇ ਸਾਰੇ ਧਰਤੀ ਤੇ ਥਾਂ ਥਾਂ ਤੇ ਡਿੱਗੇ ਪਏ ਨੇ, ਧਰਤੀ ਦੇ ਵਿੱਚ ਫੇਰ ਜਾਣਗੇ, ਸ਼ੇਪ ਬਦਲ ਲੈਣਗੇ, ਚਿੱਕੜ ਬਣ ਜਾਣਗੇ, ਹੌਲੀ ਹੌਲੀ ਮਿੱਟੀ ਦੇ ਵਿੱਚ ਮਿਲ ਜਾਣਗੇ, ਫੇਰ એનર્ਜੀ ਬਣਨਗੇ। ਜੋ ਕੁਛ ਪਾਇਆ ਸੋ ਇੱਕਾ ਵਾਰ, ਇੱਕੇ ਵਾਰੀ ਪਾਇਆ ਸਾਰਾ ਕੁਝ, ਰੀਸਾਈਕਲ એનર્ਜੀ ਹੋ ਰਹੀ ਹੈ। ਅਕਾਲ ਪੁਰਖ ਹੈ, ਇਹ ਕਾਲ ਨਹੀਂ ਕਦੇ ਆਉਂਦਾ, ਇਹਦੇ ਉੱਤੇ ਖਤਮ ਨਹੀਂ ਹੁੰਦਾ ਕਦੇ। ਇਹ ਆ ਯੂਨੀਵਰਸ ਜਿਹੜਾ ਕਦੇ ਖਤਮ ਨਹੀਂ ਹੋਣਾ, ਇੱਥੇ ਹੀ ਘੁੰਮਦਾ ਰਹਿਣਾ। ਇੱਕ ਪਾਣੀ ਦੀ ਬੂੰਦ ਖਤਮ ਨਹੀਂ ਹੁੰਦੀ, ਉਹ ਭਾਫ ਬਣ ਜਾਂਦੀ ਹੈ। ਹਰ ਚੀਜ਼ ਖਤਮ ਨਹੀਂ ਹੋਣੀ। ਆ ਕੱਪੜੇ ਨੂੰ ਸਾੜ ਦਿਓ, ਸਵਾਹ ਬਣ ਜਾਏਗੀ, ਖਤਮ ਨਹੀਂ ਹੋਏਗਾ। ਇਹ ਤੇ ਕਦੇ ਕਾਲ ਨਹੀਂ ਆ ਸਕਦਾ, ਸਵਾਹ ਬਣੇਗਾ। ਸਵਾਹ ਬਣ ਕੇ ਸ਼ੇਪ ਤਾਂ ਉਹਦੀ ਅਜੇ ਵੀ ਹੈ, ਖਤਮ ਕਿੱਥੋਂ ਹੋ ਗਿਆ? ਕੋਈ ਚੀਜ਼ ਇੱਥੇ ਖਤਮ ਨਹੀਂ ਹੁੰਦੀ। ਸਰਬ ਵਿਆਪੀ ਪਰਮਾਤਮਾ ਹੈ, ਸਰਬ ਵਿਆਪੀ ਹੈ ਸਾਰਾ ਕੁਝ। ਕਿਹੜੇ ਰੱਬ ਨਾਲ ਜੋੜਦੇ ਹੋ ਤੁਸੀਂ? ਸਾਰਿਆਂ ਦੀ ਵਿਚਾਰਧਾਰਾ ਇੱਕ, ਉਹਦੇ ਅੱਗੇ ਮੰਨੋ, ਉਹਨੂੰ ਮੰਨੋ, ਉਹਦੇ ਅੱਗੇ ਇਦਾਂ ਕਰੋ, ਉਹਦੇ ਅੱਗੇ ਪ੍ਰਾਰਥਨਾਵਾਂ ਕਰੋ। ਮੈਂ ਕਹਿੰਦਾ ਰੱਬ ਸਾਰਿਆਂ ਦੇ ਵਿੱਚ ਹੈ। ਹਾਂਜੀ, ਫਿਰ ਕੰਮ ਕਿਹਨੇ ਕਰਨੇ ਨੇ? ਅਸੀਂ। ਰੱਬ ਨੂੰ ਲੱਭਣਾ, ਕਿਹਨੂੰ ਲੱਭਣਾ? ਆਪਣੇ ਆਪ ਨੂੰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਵਿਚਾਰਧਾਰਾ ਸੀ ਜਿੱਥੇ ਜਾ ਕੇ ਤੁਸੀਂ ਫਿੱਕੇ ਪੈ ਜਾਂਦੇ ਆ। ਤੁਸੀਂ ਕਲੀਅਰ ਨਹੀਂ ਇਹ ਗੱਲ ਕਰ ਸਕੇ ਵੀ ਕੋਈ ਰੱਬ ਨਹੀਂ। ਆ ਸਾਰਾ ਢਾਂਚਾ ਰੱਬ ਦੇ ਨਾਂ ਤੇ ਖੜਾ ਕੀਤਾ ਗੁਰਬਾਣੀ ਨੇ। ਕਰਨ ਕਾਰਨ ਪ੍ਰਭ ਏਕ ਹੈ। ਕਰਨ ਤੇ ਜਿਸ ਕਾਰਨ ਪੈਦਾ ਹੋਇਆ, ਦੋਨੇ ਇੱਕ ਨੇ। ਜਦੋਂ ਕਿਹਾ ਪਰਮਾਤਮਾ ਤੂੰ ਕਿੰਨਾ ਵੱਡਾ ਹੈ, ਕਿੰਨਾ ਫੈਲਿਆ ਹੋਇਆ ਹੈ, ਤੂੰ ਕਿੰਨਾ ਕੁਝ ਬਣਾ ਰਿਹਾ ਹੈ। ਅਸੀਂ ਕਈ ਵਾਰੀ ਦਾੜੀ ਨੂੰ ਸਵਾਰਦੇ ਆ। ਜਦੋਂ ਗੁਰਬਾਣੀ 'ਚ ਆਉਂਦਾ ਹੈ ਕਿ ਦੂਈ ਕੁਦਰਤ ਸਾਜੀ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਚਾਓ। ਦੂਈ ਕੁਦਰਤ ਵੇਖਣ ਨੂੰ ਲੱਗਦਾ ਗੱਲ ਦੋ, ਪਰ ਮੈਂ ਆਪਣੀ ਦਾੜੀ ਵਧਾ ਲਈ। ਇੱਕ ਵੇਖਣ ਨੂੰ ਤੇ ਦੋ ਲੱਗਦੇ, ਪਰ ਦੋ ਨਹੀਂ, ਇਹ ਇੱਕ ਹੈ। ਇਹ ਇੱਕ ਹੈ। ਤੂੰ ਹੀ ਆਪਣੇ ਆਪ ਨੂੰ ਫੈਲਾ ਰਿਹਾ, ਤੂੰ ਵੱਡਾ ਹੋ ਗਿਆ, ਤੂੰ ਆਪਣੇ ਆਪ ਨੂੰ ਹੋਰ ਵੱਡਾ ਕਰ ਰਿਹਾ। ਪਰ ਤੁਸੀਂ ਲੋਕ ਸਭ ਜਾਣਦੇ। ਇੱਕ ਗੱਲ ਹੋਰ ਆ ਕਹਿ ਦਿਆਂ ਮੈਂ, ਬਾਬੇ ਨੇ ਜਿਹੜੇ ਉਦਾਂ ਹੀ ਕਹਿੰਦੇ ਨੇ ਜਿੱਦਾਂ ਉਹ ਮੰਨਦੇ ਨੇ, ਜਿਹੜੀਆਂ ਉਹਨਾਂ ਦੀਆਂ ਮਨੌਤਾਂ ਨੇ, ਉਹ ਮੰਨਦੇ ਵੀ ਇਦਾਂ ਹੀ ਨੇ, ਸਮਝਦੇ ਵੀ ਇਦਾਂ ਹੀ ਨੇ। ਉਹਨਾਂ ਨੂੰ ਪਤਾ ਹੀ ਇੰਨਾ ਕੁ ਹੈ, ਬਾਬਿਆਂ ਦੇ ਚੇਲਿਆਂ ਨੂੰ, ਬਾਬਿਆਂ ਦੇ ਬੰਦਿਆਂ ਨੂੰ ਉਹਨਾਂ ਨੂੰ ਦੱਸਿਆ ਹੀ ਅੱਜ ਤੱਕ ਇਹ ਹੈ, ਤੇ ਉਹ ਮੰਨਦੇ ਵੀ ਇਦਾਂ ਹੀ ਹੈ। ਪਰ ਤੁਸੀਂ ਬਹੁਤ ਕਮੀਨਗੀ ਕਰਨ ਵਾਲੇ ਬੰਦੇ ਹੋ, ਜਿਨ੍ਹਾਂ ਨੂੰ ਪਤਾ ਸਾਰਾ ਹੈ, ਪਰ ਜਾਣ ਬੁੱਝ ਕੇ ਕਰਦੇ ਹੋ ਤੁਸੀਂ। ਤੁਹਾਨੂੰ ਪਤਾ ਸਾਰਾ, ਹਰ ਗੱਲ ਦਾ ਤੁਹਾਨੂੰ ਪਤਾ ਵੀ ਗੱਲ ਕੀ ਹੈ ਅਸਲ ਵਿੱਚ, ਪਰ ਕਲੀਅਰ ਨਹੀਂ ਤੁਸੀਂ ਕਰ ਸਕਦੇ। ਪਤਾ ਕਿਉਂ ਕਲੀਅਰ ਨਹੀਂ ਕਰਦੇ? ਜੇ ਸਟੇਟਮੈਂਟਾਂ ਕਲੀਅਰ ਦਿਓਗੇ, ਢੱਡਰੀਆਂ ਦੇ ਹੱਕ 'ਚ ਜਾਣਗੀਆਂ, ਮੇਰੇ ਹੱਕ 'ਚ ਨਹੀਂ ਨਾ ਜਾਣਾ, ਵਿਰੋਧ ਜਾਣਾ। ਤੇ ਚਲੋ ਫਿਰ ਵਿਰੋਧ ਵਿੱਚ ਉਹੀ ਪੁਰਾਤਨ ਗੱਲਾਂ ਮੰਨੋ। ਮੈਨੂੰ ਕਹੀ ਜਾਂਦੇ ਹੋ ਵੀ ਤੁਸੀਂ ਇਹ ਜੀ RSS ਦਾ ਬੰਦਾ, ਇਹ ਜੀ ਹਿੰਦੂ ਧਰਮ ਨੂੰ ਪ੍ਰਮੋਟ ਕਰਦਾ। ਲਾਹਣਤੀਓ, ਤੁਹਾਡੀਆਂ ਵਿਚਾਰਧਾਰਾਵਾਂ ਆ,
ਵੱਖਰੀ ਵਿਚਾਰਧਾਰਾ ਇਹ ਹੈ ਕਿ ਕੋਈ ਰੱਬ ਨਹੀਂ, ਆ ਸਾਰਾ ਕੁਝ ਹੀ ਰੱਬ ਹੈ। ਜਦੋਂ ਸਾਰਾ ਕੁਝ ਰੱਬ ਹੈ, ਸਭ ਗੋਬਿੰਦ ਹੈ, ਤੇ ਮੈਂ ਉਹਦੇ ਵਿੱਚ ਹੀ ਆ ਗਿਆ। ਜਦੋਂ ਮੈਂ ਉਹਦੇ ਵਿੱਚ ਆ ਗਿਆ, ਫਿਰ ਰੱਬ ਨੂੰ ਲੱਭਣ ਦਾ ਮਤਲਬ ਕੀ ਹੈ? ਆਪਣੇ ਆਪ ਨੂੰ ਲੱਭੋ। ਕਿਉਂ ਲੋਕਾਂ ਨੂੰ ਬੁੱਧੂ ਬਣਾਇਆ, ਕਿਉਂ ਕਮਲੇ ਕੀਤਾ ਵੀਰੋ? ਇਹਨਾਂ ਧਰਮ ਦੇ ਢਾਂਚੇ ਵਾਲੇ ਸਾਰਿਆਂ ਨੇ, ਕਿਸੇ ਧਰਮ ਵਾਲੇ ਪਾਸੇ ਵੀ ਵੇਖ ਲਓ ਤੁਸੀਂ, ਇਹਨਾਂ ਨੇ ਬੰਦੇ ਨੂੰ ਮੰਗਤਾ ਬਣਾਇਆ। ਇਹਨਾਂ ਨੇ ਪੈਰਾਂ ਤੇ ਖੜਾ ਨਹੀਂ ਹੋਣ ਦਿੱਤਾ ਮਨੁੱਖ ਨੂੰ, ਇਹਨਾਂ ਨੇ ਕਾਇਮ ਨਹੀਂ ਹੋਣ ਦਿੱਤਾ। ਇਹਨਾਂ ਨੇ ਬੰਦੇ ਨੂੰ ਇਹ ਨਹੀਂ ਕਿਹਾ ਤੂੰ ਆਪਣੇ ਆਪ ਨੂੰ ਪਛਾਣ, ਆਪਣਾ ਮੂਲ ਪਛਾਣ। ਇਹ ਤੇ ਗੁਰੂ ਨਾਨਕ ਤੋਂ ਬਲਿਹਾਰੇ ਜਾਈਏ, ਜਿਨ੍ਹਾਂ ਨੇ ਕਿਰਪਾ ਕੀਤੀ, ਜਿਨ੍ਹਾਂ ਨੇ ਕਿਹਾ ਇਨਸਾਨੀਅਤ ਦੀ ਗੱਲ ਕਰੋ ਯਾਰ, ਮਾਰਕੁੱਟ ਦੀ। ਹੁਣ ਇਹ ਬੰਦੇ ਮਾਰਕੁੱਟ ਕਰ ਨਹੀਂ ਸਕਦੇ। ਇਹ ਜਿਹੜੇ ਜਾਗਰੂਕ ਤੇ ਪੜ੍ਹੇ ਲਿਖੇ ਸਮਝਦਾਰ ਬੰਦੇ, ਜਿਹੜੇ ਖਾਸ ਕਰਕੇ ਪ੍ਰਭਦੀਪ ਵਰਗੇ, ਪ੍ਰੋਫੈਸਰ ਦਰਸ਼ਨ ਸਿੰਘ ਦਾ ਗਰੁੱਪ ਹੈ, ਇਹ ਹੁਣ ਖੁਦ ਤਾਂ ਕਤਲ ਨਹੀਂ ਕਰ ਸਕਦੇ, ਪਰ ਇਹਨਾਂ ਬੰਦਿਆਂ ਨੇ ਲੋਕਾਂ ਦੇ ਕੰਨ ਭਰ ਕੇ, ਤਾਂ ਜੋ ਵੱਡੀਆਂ ਧਿਰਾਂ ਨੂੰ ਅਸੀਂ ਫੂਕ ਛਕਾਈਏ, ਸਮਝਾਈਏ ਤੇ ਕੰਮ ਵੱਢਣ ਕੁੱਟਣ ਵਾਲਾ ਕੰਮ ਉਹ ਕਰਨ। ਇਹਨਾਂ ਬੰਦਿਆਂ ਨੂੰ, ਇਹਨਾਂ ਤੇ ਅਟੈਕ ਹੁੰਦੇ ਸੀ, ਇਹ ਪਿੱਟਦੇ ਸੀ। ਵਿਚਾਰ ਕਰਨੀ ਚਾਹੀਦੀ ਹੈ, ਅਟੈਕ ਨਹੀਂ ਕਰਨੇ ਚਾਹੀਦੇ। ਪਰ ਅੱਜ ਇਹ ਬੰਦੇ ਅਟੈਕ ਕਰਨ ਨੂੰ ਵੀ ਪ੍ਰਮੋਟ ਕਰਦੇ ਆ, ਵੱਢਣ ਟੁੱਕਣ ਦੀ ਵਿਚਾਰਧਾਰਾ ਨੂੰ ਵੀ ਪ੍ਰਮੋਟ ਕਰਦੇ ਆ। ਯਾਰ ਆਪਣੇ ਵਿਚਾਰ ਰੱਖਣ ਦਾ ਤੁਸੀਂ ਕਹਿੰਦੇ ਸੀ ਦਰਸ਼ਨ ਸਿੰਘ ਵਰਗਿਆਂ ਨੂੰ ਆਪਣਾ ਹੱਕ ਹੈ, ਫਿਰ ਕਹੋ। ਢੱਡਰੀਆਂ ਵਾਲੇ ਵਰਗਿਆਂ ਨੂੰ ਆਪਣਾ ਹੱਕ ਹੈ ਆਪਣੀ ਗੱਲ ਕਹਿਣ ਦਾ, ਪਰ ਤੁਸੀਂ ਇੰਨੇ ਪਰੇਸ਼ਾਨ ਹੋ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਲੋਕਾਂ ਤੱਕ ਸੱਚਾਈ ਨਾ ਜਾਵੇ, ਲੋਕਾਂ ਤੱਕ। ਪਰ ਅੱਜ ਲੋਕ ਕਮਲੇ ਨਹੀਂ ਨੇ, ਯਾਦ ਰੱਖਣਾ। ਤੁਹਾਨੂੰ ਗੁਲਦਸਤੇ ਫੜਾਉਂਦੇ ਸੀ, ਸੈਮੀਨਾਰਾਂ ਤੇ ਬੁਲਾਉਂਦੇ ਸੀ, ਵੱਡੇ ਵੱਡੇ, ਆਹ ਵੇਖੋ ਜੀ ਇਹ ਸ਼ਹਿਰ 'ਚ ਚੱਲੇ ਆ, ਇਹ ਸ਼ਹਿਰ 'ਚ ਚੱਲੇ ਆ। ਸਭ ਖਤਮ ਹੋ ਜਾਣਾ ਵੀਰੋ। ਸੱਚ ਸਮਝਣ ਵਾਲੇ ਬੰਦੇ ਵੀ ਪੈਦਾ ਹੋ ਜਾਣਗੇ, ਕਿਉਂਕਿ ਸਮਾਂ ਬਦਲ ਗਿਆ। ਹੁਣ ਨੈਟ ਦਾ ਯੁੱਗ ਹੈ। ਅੱਜ ਕੱਲ੍ਹ ਹਰ ਬੰਦੇ ਤੱਕ ਜਿੱਥੇ ਤੇਰੀ ਗੱਲ ਜਾਂਦੀ ਹੈ, ਉੱਥੇ ਮੇਰੀ ਵੀ ਜਾਂਦੀ ਹੈ। ਜਿੱਥੇ ਤੇਰੀਆਂ ਗੱਲਾਂ ਸੁਣ ਰਹੇ ਨੇ, ਉੱਥੇ ਮੇਰੀਆਂ ਵੀ ਸੁਣ ਰਹੇ ਨੇ। ਸਾਰੇ ਰੇਡੀਓ ਸੁਣੇ ਜਾ ਰਹੇ ਨੇ। ਜਿੱਥੇ ਰੇਡੀਓ ਤੂੰ ਸਿੰਘਨਾਥ ਦੀ ਗੱਲ ਕਰਦਾ, ਉੱਥੇ ਰੇਡੀਓ ਵਿਰਸਾ ਵੀ ਸੁਣਿਆ ਜਾ ਰਿਹਾ। ਉੱਥੇ ਪਰਮੇਸ਼ਰ ਦੁਆਰ ਦਾ MP ਚੈਨਲ ਵੀ ਵੇਖਿਆ ਜਾ ਰਿਹਾ। ਸਾਰਿਆਂ ਦੀਆਂ ਗੱਲਾਂ ਸਭ ਦੇ ਵਿੱਚ ਪਹੁੰਚ ਰਹੀਆਂ ਨੇ। ਤੇ ਵੀਰੋ, ਭਰਾਵੋ, ਭੈਣੋ, ਪੈਰਾਂ ਤੇ ਖੜੇ ਹੋ ਜਾਓ, ਛੱਡ ਦਿਓ ਖਹਿੜਾ, ਆਪਣੇ ਆਪ ਨੂੰ ਪਛਾਣੋ, ਖੁਦ ਗੁਰਬਾਣੀ ਨੂੰ ਪੜ੍ਹੋ, ਸਮਝ ਕੇ ਵੇਖੋ। ਇਹਨਾਂ ਲੋਕਾਂ ਨੇ ਅਰਥ ਆਪਣੇ ਕੱਢਣੇ ਨੇ, ਆਪਣੇ ਤਰੀਕੇ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ। ਇਹ ਕਹਿਣਗੇ ਗੁਰਬਾਣੀ ਤੋਂ ਅੱਗੇ, ਜਿਵੇਂ ਪਾਣੀ ਤੋਂ ਅੱਗੇ ਸਭ ਕੁਝ ਖਤਮ ਹੈ, ਡੱਡੂ ਲਈ ਪਾਣੀ ਤੋਂ ਅੱਗੇ, ਮੱਛੀ ਲਈ ਪਾਣੀ ਤੋਂ ਅੱਗੇ ਸਭ ਕੁਝ ਖਤਮ ਹੈ, ਸਿੱਖ ਲਈ ਬਾਣੀ ਤੋਂ ਅੱਗੇ ਸਭ ਕੁਝ ਖਤਮ ਹੈ। ਗੱਲ ਤੇ ਠੀਕ ਹੈ, ਪਰ ਬਾਣੀ ਦੇ ਅਰਥ ਇਹਨਾਂ ਦੇ ਆਪਣੇ ਨੇ। ਇਹਨਾਂ ਨੇ ਇੱਕੋ ਦੇ ਅਰਥ ਕੀਤੇ ਨੇ, ਇੱਕ ਪਰਮਾਤਮਾ। ਇਹ ਨਹੀਂ ਕਿਹਾ ਇੱਕ ਹੀ ਫੈਲਿਆ ਹੋਇਆ, ਇੱਕ ਹੀ ਸਾਰੇ ਪਾਸੇ ਵਿਆਪਕ ਹੈ। ਇਹ ਨਹੀਂ ਇਹਨਾਂ ਨੇ ਅਰਥ ਕਰਨੇ ਕਦੇ। ਦੇ ਵਿਰੋਧ ਤੋਂ ਬਿਨਾਂ ਇਹਨਾਂ ਕੋਲ ਕੁਛ ਨਹੀਂ, ਕੱਟ ਵੱਢ ਤੋਂ ਬਿਨਾਂ ਇਹਨਾਂ ਕੋਲ ਕੁਛ ਨਹੀਂ। ਕਦੀ ਨਹੀਂ ਯਾਰ ਇਹਨਾਂ ਐਦਾਂ ਮੈਂ ਸੋਚਿਆ ਵੀ ਇਹਨਾਂ ਦੀਆਂ ਵੀਡੀਓ ਕੱਟ ਕੇ ਲੋਕਾਂ ਨੂੰ ਦਸੀਏ, ਬੁੱਧੂ ਬਣਾਈਏ। ਇਹ ਲੋਕ ਰੱਜ ਕੇ ਗੱਲ ਸਿੱਧੀ ਹੈ। ਮੋਹਨ ਭਾਗਵਤ ਕਹਿੰਦਾ ਹਿੰਦੂ ਧਰਮ ਇੱਕੋ ਹੀ ਧਰਮ ਹੈ, ਹਿੰਦੂ, ਤੇ ਮੈਂ ਕਹਿ ਰਿਹਾ ਇਨਸਾਨੀਅਤ। ਫਰਕ ਨਹੀਂ। ਇਹਨਾਂ ਨੇ ਕਹਿਤਾ ਢੱਡਰੀਆਂ ਵਾਲਾ ਵੀ ਇਹ ਸੇਮ ਕਹਿੰਦਾ ਇੱਕ ਹੀ ਧਰਮ ਹੈ, ਤੇ ਮੋਹਨ ਭਾਗਵਤ ਵੀ ਕਹਿੰਦਾ ਇੱਕ ਹੀ ਧਰਮ ਹੈ। ਇਸ ਕਰਕੇ ਵੇਖੋ, ਇਹ ਇੱਕੋ ਹੀ ਨੇ ਦੋਨੇ। ਉਹ ਕਮਲਿਓ, ਉਹ ਕਹਿ ਰਿਹਾ ਹਿੰਦੂ ਧਰਮ ਹੈ, ਮੈਂ ਕਹਿ ਰਿਹਾ ਇਨਸਾਨੀਅਤ ਹੈ। ਕਿਵੇਂ ਰਲਾ ਦਿਓਗੇ ਤੁਸੀਂ? ਪਰ ਤੁਸੀਂ ਰਲਾਇਆ, ਜ਼ਮੀਰਾਂ ਮਾਰ ਕੇ ਰਲਾਇਆ, ਤੁਸੀਂ ਜ਼ੋਰ ਲਾਇਆ। ਪਰ ਕੋਈ ਨਹੀਂ, ਸੁਣਨ ਵਾਲਿਆਂ ਨੇ ਸੁਣਦੇ ਰਹਿਣਾ। 3 ਸਾਲ ਹੋ ਗਏ, ਕ੍ਰੀਏਟ ਨਹੀਂ ਤੁਸੀਂ ਕੁਝ ਕਰ ਸਕੇ, ਸਿਰਫ ਢਾਉਣ ਦੀ ਕੋਸ਼ਿਸ਼ ਕੀਤੀ ਹੈ, ਬਣਾ ਨਹੀਂ ਸਕੇ। ਤੇ ਵੀਰੋ, ਭਰਾਵੋ, ਬੜੇ ਲੋਕ ਆ, ਸੁਣਨ ਵਾਲੇ ਵੀ ਹੈ, ਸਮਝਣ ਵਾਲੇ ਵੀ ਹੈ। ਸੁਣਨ ਵਾਲਿਆਂ ਨੇ ਸੁਣ ਲੈਣਾ, ਸਮਝਣ ਵਾਲਿਆਂ ਨੇ ਸਮਝ ਲੈਣਾ, ਬਦਲਣ ਵਾਲਿਆਂ ਨੇ ਬਦਲ ਜਾਣਾ। ਸਭ ਕੁਝ ਛੱਡਤਾ, ਪਰਵਾਹ ਨਹੀਂ ਕੀਤੀ, ਸਟੈਂਡ ਰੱਖਿਆ। ਭਾਵ ਅਰਥ ਕੱਢਣਾ, ਆਹ ਭਾਵ ਅਰਥ ਹੈ, ਆਹ ਭਾਵ ਅਰਥ ਲੈਣਾ, ਸ਼ਬਦਾਰਥ ਨਹੀਂ ਲੈਣਾ। ਭਾਵ ਅਰਥ ਲੈਣਾ, ਸ਼ਬਦਾਰਥ ਨਹੀਂ ਲੈਣਾ। ਸੰਤ ਭਾਵ ਅਰਥ ਨਹੀਂ ਲੈਣਾ। ਚਰਨ ਧੂੜ, ਇਹ ਭਾਵ ਅਰਥ ਲੈਣਾ, ਸ਼ਬਦਾਰਥ ਨਹੀਂ ਲੈਣਾ। ਤੁਹਾਡੇ ਤੋਂ ਹੀ ਸੁਣਿਆ ਸੀ। ਤੇ ਹੁਣ ਜਦੋਂ ਰੱਬ ਦੀ ਵਾਰੀ ਆਈ, ਉਦੋਂ ਸ਼ਬਦਾਰਥ ਲੈ ਲਿਆ। ਜਦੋਂ ਕਰਤੇ ਦੀ ਵਾਰੀ ਆਈ, ਉਦੋਂ ਸ਼ਬਦਾਰਥ ਲੈ ਲਿਆ। ਉਦੋਂ ਕਿਉਂ ਨਹੀਂ ਭਾਵ ਅਰਥ ਲਿਆ? ਉਹ ਰੱਖ ਲਿਆ ਕਿਉਂਕਿ ਉਹਦੇ ਬਿਨਾਂ ਰੋਜੀ ਰੋਟੀ ਨਹੀਂ ਚੱਲਦੀ ਕਿਸੇ ਦੀ। ਬਾਕੀ ਹੁਣ ਅੜੀ ਹੋ ਗਈ, ਉਲਟ ਚੱਲਣਾ। ਜੋ ਮਰਜ਼ੀ ਹੋਵੇ, ਭਾਵੇਂ ਢੱਠੇ ਖੂਹ 'ਚ ਡਿੱਗ ਜੀਏ, ਜਾ ਕੇ ਥੱਲੇ ਹੀ ਡਿੱਗ ਜੀਏ,
पर चलना उल्टी है। मेरा क्लिप धर्म गुरु नानक ने नहीं चलाया, नैट ते ही पिया। गुरु नानक ने कहा सी, गुरु अर्जन पातशाह सर्ब धर्म मैं श्रेष्ठ धर्म, हर को जप, हर को नाम जप निर्मल करम। गुरु नानक पातशाह ने कहा सी, एको धर्म दिरड़ है सच कोई, कहते इको ही धर्म है सच नाल जुड़ना, सच नूं दृढ़ करना अपनी जिंदगी विच, सच्चे होना, एक धर्म है। पर इन्हां लोकां ने ਉਹਦਾ ਹੋਰ ਹੀ रूप बना के ਢੱਡਰੀਆਂ वाले दे नाल मोहन भागवत दी वीडियो जोड़ती। RSS वर्गी विचारधारा ਉਹ ਤੇ एक हिंदू कट्टड़वाद समाज बनाउणा चाहुंदे आ, हिंदूत्वता प्रचार करते हैं। आ हुण बोल रहा पानी होया ना प्रभदीप सिंह सने आप ते सने अपने प्रोफैसर नूं ते सने बख्शीश सिंह नूं पानी दियां भर के दई चप्पणियां ते नक डोबिओ। मोहन भागवत बारे खुल के बोल रहा, इन्हां दी कट्टड़ताई विचारधारा बारे कदे भी इन्हां नाल ढड्डरियां वाला जिउंदे जी सहमत नहीं हो सकता। हिंदूत्व जिहड़ा कट्टड़वाद की गल करते हैं, कट्टड़वाद की गल मुसलमान करे, कट्टड़वाद की गल हिंदू करे, कट्टड़वाद की गल सिख करे, सिर्फ तो सिर्फ हिंदू ही चाहिए ने, सिर्फ तो सिर्फ मुसलमान चाहिए ने, सिर्फ तो सिर्फ सिख चाहिए ने। जिहड़ा बंदा इदां दी गल करेगा ढड्डरियां वाला जिउंदा जी कदे उहदे नाल सहमत नहीं हो सकता। जिहड़ा धर्मां दे नां ते मारनगे, धर्मां दे नां ते लोकां नूं बुद्धू बनाउणगे, कदे मैं उन्हां दे नाल सहमत नहीं हो सकता। आ खुल के कह रहा, रिकॉर्ड कह रहा, मर्जी दे नाल ही तुसीं जोड़ दिंदे आ एजेंसियां दा बंदा। क्यों मिलणगे जी हथियार, बॉडीगार्ड क्यों मिलणगे जे सरकार दा बंदा नहीं? कमलिओ तुसीं आ गुंडियां तो डरदियां करके सानूं आ रखने पैंदे आ, तुसीं गुंडागर्दी करनी छड्ड दिओ, अज हटा देंगे। ये तो गुंडागर्दी करते हैं। प्रोफैसर दर्शन सिंह नूं कई बारी बंदे किरपाना वाले बचा के लगे है प्रोग्रामां उत्ते। आ एक मैं वेख्या सी टकसाल दे सपोर्टर भी बंदा बोलदा सी, बॉडीगार्ड लैके भी कदे प्रचार हो सकता है, बॉडीगार्डां नाल भी कदे प्रचार हो सकता है। वो भाई फिर तुसीं गुंडागर्दी करनी छड्ड दिओ, बॉडीगार्ड क्यों रखांगे? असीं पागल जे सिक्योरिटी हुण करिए फिर की? जां तुहाडे नाल लड़ीए जां फिर सिक्योरिटी रख के अपना बचाव करिए, फिर करिए की? ਇਹ जी अपने भोरे च वड़ के अंदर वड़ के बोलता, बाहर तुसीं बोलन नहीं देंदे, अपने अंदर तो बोल लैण दिओ, गल कर लैण दिओ। पर नहीं, सारे रले होए हो तुसीं, बचाओ पर जिन्ना मर्जी कर लिओ, बचना नहीं। तुहाडा ढांचा जो मर्जी कर लिओ, जो मर्जी कर लिओ। जिहड़ा गुरु नानक दे नाम दे उत्ते किसी ने महात्मा बुद्ध दे नाम ते जोड़ के एक मजहब खड़ा कर लिया, किसी ने किसी दे नाम ते, किसी ने किसी दे नाम ते। असीं भी गुरु नानक दे नाम दे उत्ते, इन्हां पातशाहां दे नाम उत्ते, गुरु ग्रंथ साहब दे नाम दे उत्ते असीं एक मजहब, एक ढांचा खड़ा कर लिया। सिर्फ पुजारी लाणे ने खड़ा कीता, बेड़ा बह गया पुजारी वाली सोच दा। ये पुजारी वाली सोच दा बेड़ा बैठा है। साडे वर्गे बंदियां ने अपना ढांचा, अपनी रोजी रोटी वास्ते गुरु नानक दा एक ढांचा खड़ा उन्हां दे नाम दे उत्ते कर लिया, जिन्हां ने सारी जिंदगी वो जूले लाउण वास्ते, वो जनेऊआं दीयां गल्लां करन वाले, किहड़े जनेऊआं दी गल करदे हो? दया कपास संतोख सूत जत गंढी सत वाटो। प्रभदीप सिंह मोहन भागवत ते जनेऊ पाउंदा है ते गुरु नानक दी विचारधारा ते आ ढड्डरियां वाले नूं किवें मिला देगा तू? किवें तुसीं एक कर दिओगे? वो कहिंदे ऐ दया कपास संतोख सूत जत गंढी सत वट, इहो ए जनेऊ जी का है ही तां पांडे कत है ते पा दे मैनू। ਇਹ ਸੀ गुरु नानक की विचारधारा। वो जूले लाए ਜਿਹੜੇ पुजारियां ने पाए सी, चाहे हिंदू पुजारी चाहे मुसलमान पुजारी, सारे जूले ला के बाबे ने परे सट्टे, कहते बंदे बन जाओ, इंसानियत की गल करो। गल करनी है तो बंदे नूं वड्डा करो, उच्चा करो। गुरु नानक साहब असली मर्द सन, जेड़े धर्मी बने, जेड़े कुदरत के जेड़े सिस्टम नूं धर्म मन्निया, जिन्हां ने असली धर्मी गुरु नानक पातशाह साडे बने। तो सानू भी उन्होंने जान पछाण कराई कि वह ऑलरेडी जो चल रहा है उहदे नाल वो धर्म है साडा। पर तुसीं इन्हां गल्लां नूं समझदे होए, सब कुछ जानदे होए अणजान बन गए। कह दियां ये गल सिद्धी जी, वो भाई बाबियां दे चेले फिर भी भरोसा किया जा सकता, क्योंकि वो भोले है, वो गुमराह होए हुए है। पर तुहाडे वर्गे बंदे जिहड़े पढ़ लिख के मिशनरी विचारधारा नूं पढ़ लिख के समझ के अज अखां बंद करके बैठे है, तुहाडे वर्गे बख्शे नहीं जा सकते। तुसीं बड़ियां विगड़ियां नस्लां हो, प्रभदीप सिंह वर्गे, बख्शीश वर्गे सिरे दियां विगड़ियां नस्लां हो, जिहड़े सब कुछ जान के अणजान होए हो, अणजान बने हुए हो। जानदे सब कुछ हो
ਅਣਜਾਣ ਬਣਿਓ। ਬਾਬਿਆਂ ਦੇ ਚੇਲੇ ਰੱਖੇ ਜਾ ਸਕਦੇ ਹੈ ਕਿਉਂਕਿ ਉਹ ਸਿਆਣੇ ਹੋ ਸਕਦੇ ਹੈ, ਪਰ ਤੁਸੀਂ ਪੜ੍ਹ ਕੇ ਕੜੇ ਹੋਏ ਹੋ, ਤੁਹਾਡਾ ਕੁਝ ਨਹੀਂ ਹੋ ਸਕਦਾ, ਤੁਹਾਡਾ ਕੁਝ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਪੜ੍ਹ ਕੇ ਕੜੇ ਹੋਏ ਹੋ, ਜਾਣ ਕੇ ਅਣਜਾਣ ਬਣੇ ਹੋਏ ਹੋ। ਗੁੰਮਰਾਹ ਕਰਨ ਤੋਂ ਬਿਨਾਂ ਕੋਈ ਕੰਮ ਨਹੀਂ ਤੁਹਾਨੂੰ, ਝੂਠ ਦੇ ਪਲੰਦੇ ਬਣਾਉਣ ਤੋਂ ਬਿਨਾਂ ਕੋਈ ਕੰਮ ਨਹੀਂ। ਗੱਲ ਕੁਝ ਹੋਰ ਹੈ, ਨਾਲ ਜੋੜ ਜੋੜ ਕੇ ਲੱਗੇ ਰਿਹਾ ਕਰੋ। ਕੰਮ ਤੇ ਲਾਇਆ ਹੋਇਆ ਨਾ ਤੁਹਾਨੂੰ, ਸਾਡੇ ਵਰਗੇ ਸਟੇਟਮੈਂਟਾਂ ਦੇ ਦਿੰਦੇ ਆ, ਠੋਕ ਕੇ ਗੱਲ ਕਰਦੇ ਆ ਆਪਣੀ, ਤੁਹਾਡੇ ਵਰਗੇ ਕੰਮੇ ਲੱਗੇ ਰਹਿੰਦੇ। ਫਿਰ ਇਧਰੋਂ ਕਲਿੱਪ ਲੱਭ ਜੇ ਕੋਈ ਆਰਟੀਕਲ ਲਿਖੋ ਜੀ, ਕੋਈ ਸੰਧਾ ਵਾਲੀਆ ਸਾਹਿਬ, ਕੋਈ ਢੱਡਰੀਆਂ ਵਾਲੇ ਤੇ ਆਰਟੀਕਲ ਲਿਖੋ, ਪਤਾ ਲੱਗੇ। ਉਹ ਲੱਗੇ ਰਹਿੰਦੇ ਨੇ ਕਲਮਾਂ ਚੱਕ ਕੇ, ਕੋਈ ਬੋਲਣ ਲੱਗਿਆ ਹੁੰਦਾ, ਕੋਈ ਲਿਖਣ ਲੱਗਿਆ ਹੁੰਦਾ। ਆਰੇ ਤੇ ਲਾਏ ਹੋਏ ਐ, ਕੰਮੇ ਤੇ ਲਾਏ ਹੋਏ ਹੋ ਨਾ ਤੁਸੀਂ, ਲੱਗੇ ਹੋਏ ਹੋ ਨਾ ਕੰਮ, ਹੋਰ ਕੰਮ ਛੱਡਤਾ, ਅਰਥ ਕਰਨੇ ਛੱਡਤੇ, ਗੁਰਬਾਣੀ ਦੀ ਵਿਚਾਰ ਛੱਡ ਕੇ ਤੁਸੀਂ ਹੁਣ ਇਹਨਾਂ ਕੰਮਾਂ ਤੇ ਲੱਗੇ ਹੋਏ ਹੋ। ਲੱਗੇ ਰਹੋ ਭਾਈ, ਤੁਹਾਡਾ ਕੰਮ ਹੀ ਇਹ ਹੈ, ਤੁਸੀਂ ਇਹ ਕੰਮ ਕਰਦੇ ਰਹਿਣਾ। ਸਾਨੂੰ ਨਹੀਂ ਲੋੜ, ਆਪਣੀ ਗੱਲ ਕਰਦੇ ਆ ਠੋਕ ਵਜਾ ਕੇ। ਇੰਟਰਨੈਟ ਤੇ ਕਲਿੱਪ ਪਿਆ, ਪੂਰਾ ਧਿਆਨ ਨਾਲ ਸੁਣ ਲਿਓ, ਇਹਨਾਂ ਦੀਆਂ ਕੀਤੀਆਂ ਹੋਈਆਂ, ਇਹਨਾਂ ਦਾ ਕੱਟਿਆ ਹੋਇਆ ਨਹੀਂ, ਜੋ ਪੂਰਾ ਕਲਿੱਪ ਹੈ ਨੈਟ ਤੇ ਪਿਆ, ਸੁਣ ਕੇ ਵੇਖਿਓ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਆ ਵੀ ਮੈਂ ਬੇਨਤੀ ਕਰਦਾ, ਲਿੰਕ ਥੱਲੇ ਪਿਆ, ਪੂਰਾ ਕਲਿੱਪ ਸੁਣ ਕੇ ਵੇਖਿਓ। ਮੈਂ ਇਨਸਾਨੀਅਤ ਧਰਮ ਹੈ ਇੱਥੇ, ਇਹ ਬੋਲਿਆ। ਇਹ ਕਹਿੰਦੇ ਐ ਢੱਡਰੀਆਂ ਵਾਲਾ ਤੇ ਮੋਹਨ ਭਾਗਵਤ ਇੱਕੋ ਗੱਲ ਕਰਦੇ ਐ, ਉਹ ਕਹਿੰਦੇ ਹਿੰਦੂ ਧਰਮ ਹੈ, ਉਹਦੇ ਨਾਲ ਜੋੜ ਰਹੇ ਆ। ਇਹ ਬੰਦੇ ਇਦਾਂ ਦੀਆਂ ਗੱਲਾਂ ਕਰਦੇ ਆ। ਸੋ ਧਿਆਨ ਰੱਖਣਾ ਹੈ, ਖੁਦ ਸੁਣੋ, ਖੁਦ ਸਮਝੋ, ਤੇ ਆਪਣੇ ਵੀਰ ਦੱਬ ਕੇ, ਜਿੰਨੇ ਮੇਰੇ ਵੀਰ ਸੁਣਦੇ ਆ, ਫੇਸਬੁੱਕ ਚਲਾਉਂਦੇ ਹੋ, ਠੋਕ ਕੇ ਸ਼ੇਅਰ ਕਰਿਆ ਕਰੋ। ਜਿਹੜਾ ਬੰਦਾ ਗੱਲ ਕਰਦਾ ਹੈ ਵੀ ਧਰਮ ਨਹੀਂ ਗੁਰੂ ਢੱਡਰੀਆਂ ਵਾਲਾ ਕਹਿੰਦਾ, ਉਹਨੂੰ ਆ ਪੂਰੀ ਦੀ ਪੂਰੀ ਗੱਲ ਸੁਣਾਓ ਕਿ ਸੁਣ ਕੇ ਵੇਖ ਤੂੰ। ਆ ਪੂਰਾ ਅੱਧਾ ਘੰਟਾ ਲਾ ਕੇ ਉਹਦੇ ਕੋਲ ਫੋਨ ਲਿਜਾ ਕੇ ਉਹਦੇ ਕੰਨ 'ਚ ਸੁਣਾ ਕੇ ਆਇਆ ਕਰੋ, ਆ ਸੁਣ, ਹੁਣ ਦੇ ਜਵਾਬ, ਜਾਂ ਫਿਰ ਬੈਠ ਕੇ ਵਿਚਾਰ ਕਰੀਏ ਗੱਲ, ਲੱਗ ਜਾਏਗਾ ਪਤਾ ਵੀ ਕੀ ਸੱਚ ਹੈ ਤੇ ਕੀ ਝੂਠ ਹੈ। ਇੱਦਾਂ ਹੀ ਕਹਿਣਾ ਚਾਹੁੰਦਾ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਇੱਦਾਂ ਦੀਆਂ ਗੱਲਾਂ ਤੁਹਾਡੇ ਨਾਲ ਕਰਾਂ, ਪਰ ਮਜਬੂਰੀ ਯਾਰੋ ਬਣ ਜਾਂਦੀ ਹੈ। ਇਹ ਬੰਦੇ ਇਹੋ ਜਿਹੇ ਤਰੀਕੇ ਨਾਲ ਇਹ ਕਰਦੇ ਐ, ਆਪਣੀਆਂ ਔਕਾਤ ਵਿਖਾਉਂਦੇ ਐ, ਸੁੱਚਾ ਨੰਦ ਵਾਲਾ ਰੋਲ ਨਿਭਾਉਂਦੇ ਐ, ਉਦੋਂ ਫਿਰ ਕਦੇ ਕਦੇ ਯਾਰ ਬੋਲਣਾ ਪੈਂਦਾ। ਅੱਜ ਗੱਲ ਕੀਤੀ ਹੈ, ਰੋਜ਼ ਸਾਨੂੰ ਲੋੜ ਨਹੀਂ ਪਈ, ਇਹਨਾਂ ਨੇ ਬਕਵਾਸ ਆਪਦੀ ਕਰਦੇ ਰਹਿਣਾ, ਕਰਦੇ ਰਹਿਣ ਦਿਓ। ਪਰ ਆਪਣਾ ਕਲਿੱਪ ਆ ਨੈਟ ਥੱਲੇ ਪਿਆ ਹੋਏਗਾ, ਲਿੰਕ ਹੋਏਗਾ, ਆਪਣੇ ਵਾਲਾ ਕਲਿੱਪ ਵੀ ਸੁਣ ਲਿਓ, ਤੇ ਆਹ ਸਾਰੇ ਦਾ ਸਾਰਾ ਜਿਹੜੇ ਬੰਦੇ ਵੀ ਗੱਲਾਂ ਕਰਦੇ ਨੇ ਉਹਨਾਂ ਨੂੰ ਸਾਰਾ ਸੁਣਾ ਦਿਓ, ਲੱਗ ਪਤਾ ਜਾਵੇ ਵੀ ਸੱਚ ਕੀ ਹੈ ਤੇ ਝੂਠ ਕੀ ਹੈ। ਨਾਲੇ ਇਹਨਾਂ ਦਾ ਪਰਦਾ ਫਾਸ਼ ਤੇ ਹੋਵੇ, ਇਹਨਾਂ ਨੇ ਜੋ ਬਣਾਇਆ ਉਹਦਾ ਪਤਾ ਤੇ ਲੱਗੇ ਘੱਟ ਤੋਂ ਘੱਟ। ਜਿਹੜੇ ਬੰਦੇ ਇਹਨਾਂ ਨੂੰ ਸਕੋਲਰ, ਸਿਆਣੇ ਤੇ ਸੱਚੇ ਦੱਸਦੇ ਨੇ, ਉਹਨਾਂ ਨੂੰ ਪਤਾ ਤੇ ਲੱਗੇ। ਮੈਂ ਮਾਫੀ ਮੰਗ ਕੇ ਕਹਿ ਰਿਹਾ, ਕਈ ਸੰਗਤ ਦੇ ਬੰਦੇ ਵੇਖਣਗੇ ਵੀ ਯਾਰ ਕਿਹੜਾ ਪ੍ਰਭਦੀਪ ਹੈ, ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿਹੜਾ ਹੈ ਯਾਰ। ਪ੍ਰੋਫੈਸਰ ਦਰਸ਼ਨ ਸਿੰਘ ਨੂੰ ਤਾਂ ਲੋਕ ਜਾਣਦੇ ਨੇ, ਪਰ ਬਖਸ਼ੀਸ਼ ਸਿੰਘ ਕੌਣ ਹੈ, ਪ੍ਰਭਦੀਪ ਸਿੰਘ ਕੌਣ ਹੈ, ਕਈ ਬੰਦੇ ਤੇ ਉਹਨਾਂ ਨੂੰ ਜਾਣਦੇ ਵੀ ਨਹੀਂ। ਪਰ ਮਜਬੂਰੀ ਬਸ ਆ ਸਾਰਾ ਕੁਝ ਬੋਲਣਾ ਪੈਂਦਾ, ਕਿਉਂਕਿ ਇਹ ਕੋਈ ਕਸਰ ਨਹੀਂ ਛੱਡਦੇ ਵਿਰੋਧੀਆਂ ਨੂੰ ਭੜਕਾਉਣ ਵਾਸਤੇ। ਜਿੰਨਾ ਇਹਨਾਂ ਤੋਂ ਵਾਹ ਲੱਗਦਾ ਇਹ ਕਰਦੇ, ਤਾਂ ਕਰਕੇ ਕਈ ਵਾਰੀ ਕਲੈਰੀਫਿਕੇਸ਼ਨ ਦੇਣੀ ਪੈਂਦੀ ਹੈ, ਆਪਣੇ ਬੰਦਿਆਂ ਨਾਲ ਗੱਲ ਕਰਨੀ ਪੈਂਦੀ ਹੈ, ਤਾਂ ਜੋ ਉਹਨਾਂ ਨੂੰ ਸੁਣਾਉਣ ਵਾਸਤੇ ਇੱਕ ਵੀਡੀਓ ਮਿਲ ਜਾਏ। ਜਿਹੜਾ ਬੰਦਾ ਗੱਲ ਕਰਦਾ, ਆ ਵੇਖੋ ਤੁਹਾਡੇ ਬਾਬੇ ਨੇ ਕਿਹਾ ਧਰਮ ਕੋਈ ਨਹੀਂ ਗੁਰੂ ਨਾਨਕ ਨੇ ਚਲਾਇਆ, ਗੱਲ ਪੂਰੀ ਨਹੀਂ ਸੁਣਾਈ ਇਹਨਾਂ ਨੇ, ਉਹ ਫਿਰ ਪੂਰਾ ਕਲਿੱਪ ਉਹਨਾਂ ਤੱਕ ਪਹੁੰਚ ਜਾਣਾ ਚਾਹੀਦਾ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ